कबहू होए पंडित करे बख्यान। जो मनुख है कदे विद्वान बन जाता है और व्याख्यान करता है, यानी अपने आप ਨੂੰ विद्वान समझ के बहुत सारी जानकारी हासिल करके वेदां शास्त्रां ਦੀ ਹੋਰ जानकारी ਤੇ ਉਹਨਾਂ ਧਰਮ ਗ੍ਰੰਥਾਂ ਦਾ ਵਿਆਖਿਆਨ ਕਰਦਾ ਹੈ ਔਰ ਉਸ ਵਿਆਖਿਆਨ ਦੇ ਰਾਹੀਂ ਲੋਕਾਂ ਤੱਕ ਆਪਣੀ ਪਹੁੰਚ ਬਣਾਉਂਦਾ ਹੈ ਜਾਂ ਜਾਣਕਾਰੀ ਦਿੰਦਾ ਹੈ। ਬੰਦਾ ਕਦੇ ਵਿਦਵਾਨ ਬਣ ਜਾਂਦਾ ਹੈ। ਕਬਹੂ ਮੋਨ ਧਾਰੀ ਲਾਵੇ ਧਿਆਨ, ਪਰ ਕਦੇ ਇਹ ਬੰਦਾ ਜਿਹੜਾ ਹੈ ਮੌਨ ਧਾਰੀ ਹੋ ਜਾਂਦਾ ਹੈ ਔਰ ਧਿਆਨ ਜੋੜਨ ਦਾ ਯਤਨ ਕਰਦਾ ਹੈ, ਯਾਨੀ ਚੁੱਪ ਹੋ ਜਾਣਾ। ਔਰ ਕਈ ਵਾਰ ਬੰਦੇ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜਦੋਂ ਮੈਂ ਸੰਸਾਰ ਦੇ ਇਸਤਰੀ ਪੁਰਸ਼ਾਂ ਦੇ ਨਾਲ ਗੱਲਬਾਤ ਕਰਦਾ ਹਾਂ ਤਾਂ ਗੱਲਬਾਤ ਕਰਨ ਦੇ ਨਾਲ ਮੇਰਾ ਸੰਸਾਰ ਦੇ ਨਾਲ ਸੰਬੰਧ ਜੁੜਦਾ ਹੈ, ਤੇ ਜੇ ਮੈਂ ਸੰਬੰਧ ਨੂੰ ਤੋੜ ਲਵਾਂ, ਗੱਲਬਾਤ ਕਰਾਂ ਹੀ ਨਾ, ਤਾਂ ਸ਼ਾਇਦ ਮੇਰਾ ਰੱਬ ਦੇ ਨਾਲ ਸੰਬੰਧ ਜੁੜ ਜਾਏ ਤੇ ਬੰਦਾ ਮੌਨ ਧਾਰਨ ਕਰ ਲੈਂਦਾ ਹੈ ਔਰ ਸਮਾਧੀ ਲਾਉਣ ਦਾ ਯਤਨ ਕਰਦਾ ਹੈ, ਧਿਆਨ ਲਾਉਂਦਾ ਹੈ, ਮੈਡੀਟੇਸ਼ਨ ਕਰਦਾ ਹੈ। ਕੋਈ ਵਿਦਵਤਾ ਭਰਪੂਰ ਜਿਹੜਾ ਹੈ ਲੈਕਚਰ ਕਰ ਰਿਹਾ ਹੈ ਤੇ ਕੋਈ ਮੌਨ ਧਾਰੀ ਹੋ ਗਿਆ। ਕਬਹੂ ਤਟ ਤੀਰਥ ਇਸ਼ਨਾਨ। ਤਟ ਤੀਰਥ ਦਾ ਮਤਲਬ ਦਰਿਆਵਾਂ ਦੇ ਕੰਢੇ ਤੇ ਜਿੱਥੇ ਯਾਤਰੂ ਜਾਂਦੇ ਨੇ। ਕਦੇ ਤੀਰਥਾਂ ਦੇ ਕਿਨਾਰੇ ਤੇ ਜਾਂਦਾ ਹੈ ਔਰ ਬੰਦਾ ਇਸ਼ਨਾਨ ਕਰਦਾ ਹੈ। ਇਹ ਮਨੁੱਖੀ ਵਿਚਾਰਾਂ ਨੇ, ਮਨੁੱਖੀ ਵਤੀਰਾ ਹੈ, ਆਪਣਾ ਆਪਣਾ ਸੁਭਾਅ ਹੈ, ਆਪਣੀ ਆਪਣੀ ਮਨੌਤ ਹੈ। ਬੰਦਾ ਸੋਚਦਾ ਹੈ ਸ਼ਾਇਦ ਮੈਂ ਤੀਰਥਾਂ ਤੇ ਨਹਾਵਾਂ, ਇਹਦੇ ਨਾਲ ਮੈਨੂੰ ਸੁੱਖ ਮਿਲੇਗਾ, ਮੇਰੇ ਪਾਪ ਧੁੱਪ ਜਾਣਗੇ, ਮੇਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ, ਜਾਂ ਜੈਸਾ ਵੀ ਬੰਦਾ ਸੋਚਦਾ ਹੈ ਤੇ ਐਸੀ ਸੋਚ ਬਣਾ ਕੇ ਉਹ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦਾ ਯਤਨ ਕਰਦਾ ਹੈ। ਅਨੇਕਾਂ ਲੋਕ ਨੇ ਜੋ ਤੀਰਥਾਂ ਦੇ ਉੱਤੇ ਭਰਮ ਰਹੇ। ਕਬਹੂ ਸਿੱਧ ਸਾਧਿਕ ਮੁਖ ਗਿਆਨ। ਮੁਖ ਦੇ ਖੱਖੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਮੁਖ ਰਾਹੀਂ। ਸਾਧਿਕ ਦਾ ਮਤਲਬ ਹੈਗਾ ਯੋਗ ਅਭਿਆਸ ਦੇ ਵਿੱਚ ਲੱਗਾ ਹੋਇਆ ਬੰਦਾ, ਜੋ ਯੋਗ ਅਭਿਆਸ ਕਰ ਰਿਹਾ ਹੈ, ਯੋਗ ਅਭਿਆਸ ਸਿੱਖ ਰਿਹਾ ਹੈ। ਤੇ ਸਿੱਧ ਦਾ ਮਤਲਬ ਹੈ ਪੁੱਗਿਆ ਹੋਇਆ ਆਦਮੀ, ਜਿਹੜਾ ਕਾਮਯਾਬ ਹੋ ਗਿਆ ਹੈ, ਜਿਨਨੇ ਸਫਲਤਾ ਹਾਸਲ ਕਰ ਲਈ। ਕਦੇ ਇਹ ਬੰਦਾ ਸਿੱਧ ਔਰ ਕਦੇ ਸਾਧਿਕ ਦੇ ਰੂਪ ਦੇ ਅੰਦਰ ਵਿਚਰਦਾ ਹੈ ਔਰ ਮੂੰਹ ਰਾਹੀਂ ਗਿਆਨ ਦੀਆਂ ਗੱਲਾਂ ਕਰਦਾ ਹੈ, ਕਰਾਮਾਤੀ ਗੱਲਾਂ ਕਰਦਾ ਹੈ ਕਿ ਧਿਆਨ ਲਾਉਣ ਦੇ ਨਾਲ ਇਹ ਕਰਾਮਾਤਾਂ ਆ ਸਕਦੀਆਂ ਨੇ, ਜਾਂ ਮੈਂ ਇਹ ਕਰਾਮਾਤਾਂ ਹਾਸਲ ਕਰ ਸਕਦਾ ਹਾਂ। ਐਸੀਆਂ ਗਿਆਨ ਦੀਆਂ ਗੱਲਾਂ ਕਰਨ ਦਾ ਯਤਨ ਕਰਦਾ ਹੈ, ਜਾਂ ਹੋਰ ਬਹੁਤ ਸਾਰਾ ਗਿਆਨ ਜਿਹੜਾ ਹੈ ਉਹ ਲੋਕਾਂ ਵਿੱਚ ਵੰਡਦਾ ਹੈ ਜਾਂ ਗਿਆਨ ਦੀਆਂ ਗੱਲਾਂ ਕਰਦਾ ਹੈ। ਕਈ ਲੋਕ ਨੇ ਅੱਜ ਵੀ ਇਸ ਦੁਨੀਆ ਦੇ ਵਿੱਚ, ਅੱਜ ਵੀ ਅਸੀਂ ਦੇਖਦੇ ਹਾਂ, ਜੋ ਸਮਾਧੀਆਂ ਵਗੈਰਾ ਲਗਾਉਣ ਦਾ ਯਤਨ ਕਰਦੇ ਨੇ, ਮੈਡੀਟੇਸ਼ਨ ਕਰਦੇ ਨੇ। ਔਰ ਕਈ ਐਸੇ ਨੇ ਜੋ ਮੈਡੀਟੇਸ਼ਨ ਸਿਖਾ ਰਹੇ ਨੇ, ਜੋ ਆਪਣੇ ਆਪ ਨੂੰ ਸਿੱਧ ਸਮਝਦੇ ਨੇ, ਗਿਆਨ ਦੀਆਂ ਗੱਲਾਂ ਕਰਦੇ ਨੇ। ਕਬਹੂ ਕੀਟ ਹਸਤ ਪਤੰਗ ਹੋਈ ਜੀਆ। ਇਹਨੂੰ ਜੀਆ ਨਹੀਂ ਬੋਲਣਾ, ਜੀਆ। ਹਾਥੀ, ਹਸਤ ਦਾ ਮਤਲਬ ਹਾਥੀ, ਪਤੰਗ ਦਾ ਮਤਲਬ ਪਤੰਗਾ, ਕੀਟ ਦਾ ਮਤਲਬ ਕੀੜਾ। ਕਦੇ ਇਹ ਕੀੜਾ, ਹਾਥੀ, ਪਤੰਗੇ ਵਾਲੀ ਬਿਰਤੀਆਂ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ। ਕੀਟ ਦਾ ਮਤਲਬ ਨੀਵਾਂ, ਇਹਦੇ ਅੰਦਰ ਨੀਵੀਆਂ ਬਿਰਤੀਆਂ ਆ ਜਾਂਦੀਆਂ ਨੇ। ਹਸਤ ਦਾ ਮਤਲਬ ਹਾਥੀ, ਕਦੇ ਇਹਦੇ ਅੰਦਰ ਹਾਥੀ ਵਾਲਾ ਹੰਕਾਰ ਆ ਜਾਂਦਾ ਹੈ, ਕਦੇ ਇਹਦੇ ਅੰਦਰ ਪਤੰਗ ਵਾਲੀ, ਜੋ ਪਤੰਗੇ ਵਾਲੀ ਦ੍ਰਿਸ਼ਟੀ ਹੈ, ਨਜ਼ਰ, ਉਹ ਇਹਦੇ ਵਿੱਚ ਵਿਕਾਰ ਆ ਜਾਂਦੇ ਨੇ। ਜਿਵੇਂ ਭਗਤ ਰਵਿਦਾਸ ਜੀ ਨੇ ਸਾਨੂੰ ਸਮਝਾਇਆ ਨਾ ਕਿ ਇਹ ਸਾਰੇ ਜਿਹੜੇ ਕੀਟ ਪਤੰਗ ਆਦਿਕ ਨੇ, ਇਹਨਾਂ ਦੇ ਵਿੱਚ ਇੱਕ ਇੱਕ ਦੋਸ਼ ਹੈ। ਹਾਥੀ ਦੇ ਅੰਦਰ ਕਾਮ ਵਾਸਨਾ ਦਾ ਦੋਸ਼ ਹੈ, ਤੇ ਉਹ ਕਾਗਜ਼ ਦੀ ਬਣੀ ਹੋਈ ਹਥਨੀ ਵੇਖ ਕੇ ਉਧਰ ਜਾਂਦਾ ਹੈ, ਤੇ ਹਾਥੀ ਫੜਨ ਵਾਲੇ ਨੇ ਥੱਲੇ ਟੋਇਆ ਪੁੱਟਿਆ ਹੁੰਦਾ ਹੈ, ਉੱਤੇ ਘਾਸ ਫੂਸ ਪਾਇਆ ਹੁੰਦਾ ਹੈ। ਜਦੋਂ ਕਾਗਜ਼ ਦੀ ਹਥਨੀ ਨੂੰ ਅਸਲੀ ਹਥਨੀ ਸਮਝ ਕੇ ਜਾਂਦਾ ਹੈ ਅੱਗੇ, ਤਾਂ ਉਹ ਟੋਏ ਵਿੱਚ ਡਿੱਗ ਪੈਂਦਾ ਹੈ ਤੇ ਹਾਥੀ ਜਿਹੜਾ ਹੈ ਫੜਿਆ ਜਾਂਦਾ ਹੈ। ਸਾਰੀ ਜ਼ਿੰਦਗੀ ਫਿਰ ਉਹ ਦੁੱਖ ਸਹਾਰਦਾ ਹੈ, ਗੁਲਾਮ ਰਹਿੰਦਾ ਹੈ। ਇਸੇ ਤਰ੍ਹਾਂ ਪਤੰਗਾ ਹੈ, ਜਦੋਂ ਲਾਟ ਦੀਵੇ ਦੀ ਬਲਦਾ ਵੇਖਦਾ ਹੈ ਤਾਂ ਉਹਨੂੰ ਲਾਟ ਬੜੀ ਸੋਹਣੀ ਲੱਗਦੀ ਹੈ, ਉਹਦੇ ਤੇ ਮੋਹਿਤ ਹੁੰਦਾ ਹੈ, ਤੇ ਜਦੋਂ ਲਾਟ ਦੇ ਨੇੜੇ ਜਾਂਦਾ ਹੈ ਉਹਦੇ ਖੰਭ ਸੜ ਜਾਂਦੇ ਨੇ, ਦੁਖੀ ਹੁੰਦਾ ਹੈ ਔਰ ਦੁਖੀ ਹੋ ਕੇ ਆਖਿਰ ਮਰ ਜਾਂਦਾ ਹੈ। ਜਿਵੇਂ ਮੱਛੀ ਹੈ ਤਾਂ ਉਹਦੇ ਅੰਦਰ ਜ਼ਬਾਨ ਦਾ ਚਸਕਾ ਹੈ, ਉਹ ਮਾਸ ਦਾ ਟੁਕੜਾ ਦੇਖਦੀ ਹੈ, ਪਰ ਸਿਰਫ ਮਾਸ ਦਾ ਟੁਕੜਾ ਹੀ ਦੇਖਦੀ ਹੈ, ਉਹਦੇ ਵਿੱਚ ਲੱਗੀ ਹੋਈ ਕੁੰਡੀ ਨੂੰ ਨਹੀਂ ਦੇਖਦੀ।
ਕਿ ਇਹ ਕੁੰਡੀ ਵਿੱਚ ਲੱਗਾ ਹੋਇਆ ਹੈ। ਜਦੋਂ ਉਹਨੂੰ ਮੂੰਹ ਵਿੱਚ ਪਾਉਂਦੀ ਹੈ ਤਾਂ ਉਸ ਚਸਕੇ ਕਰਕੇ ਮੱਛੀ ਜਿਹੜੀ ਹੈ ਉਹ ਫੜੀ ਜਾਂਦੀ ਹੈ। ਤਾਂ ਇਹ ਬਿਰਤੀਆਂ ਨੇ, ਗੁਰੂ ਜੀ ਕਹਿੰਦੇ ਨੇ ਕਦੇ ਇਹਦੇ ਅੰਦਰ ਕੀੜਿਆਂ ਵਾਲੀ ਬਿਰਤੀ ਆ ਜਾਂਦੀ ਹੈ, ਕਦੇ ਇਹਦੇ ਅੰਦਰ ਹਾਥੀ ਵਾਲਾ ਦੋਸ਼ ਆ ਜਾਂਦਾ ਹੈ, ਕਾਮ ਆਦਿਕ, ਹੰਕਾਰ ਵਗੈਰਾ, ਕਦੇ ਇਹਦੇ ਅੰਦਰ ਪਤੰਗਾ ਯਾਨੀ ਇਹ ਆਪਣੀ ਨਜ਼ਰੀਏ ਨੂੰ ਖਰਾਬ ਕਰ ਦਿੰਦਾ ਹੈ। ਅਨੇਕ ਜੋਨ ਭਰਮੈ ਪਰਮਈਆ, ਅਨੇਕ ਜੋਨ ਦਾ ਮਤਲਬ ਅਨੇਕਾਂ ਜੂਨੀਆਂ ਦੇ ਸੁਭਾਅ ਵਿੱਚ, ਭਰਮੈ ਦਾ ਮਤਲਬ ਭਟਕਦਾ ਹੈ, ਪਰਮਈਆ ਦਾ ਮਤਲਬ ਪੁਆਇਆ ਜਾਂਦਾ ਹੈ, ਪਰਮਈਆ ਦਾ ਮਤਲਬ ਪੁਆਇਆ ਹੋਇਆ, ਭਰਮ ਵਿੱਚ ਪਿਆ ਹੋਇਆ। ਇਹ ਭਰਮ ਦੇ ਅੰਦਰ ਪਿਆ ਹੋਇਆ ਕਈ ਜੂਨਾਂ ਦੇ ਸੁਭਾਅ ਦੇ ਅੰਦਰ ਭਟਕਦਾ ਰਹਿੰਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਜਿਵੇਂ ਗੁਰੂ ਜੀ ਪਾਵਨ ਬਾਣੀ ਵਿੱਚ ਵਚਨ ਕਰਦੇ ਨੇ, ਗੁਰਮੰਤਰ ਹਿਨਸੇ ਜੋ ਪ੍ਰਾਣੀ, त्रिगंत जन्म प्रश्न कूकरे सूकरे गर्दबे काके सर्प ने तुल खड़े। जो गुरु ज्ञान तो सखने ने, ज्ञान गुरु मुताबिक जिंदगी नहीं जींदे, सच नालों टुटे हुए ने, वो इन्हां जूनां दे बराबर ने। कूकरे सूकरे गर्दबे इन्हां जूनां दे बराबर ने। तां इन्हां बिरतियां दे अंदर बंदा कदे भरमदा रहिंदा है, भटकदा रहिंदा है। इहदी बिरतियां कदे ऐसियां हो जांदियां ने। नाना रूप जो स्वांगी दिखावे, अनेका रूप, स्वांगी का मतलब सान करने वाला, नकल सी। नाना का मतलब कई तरह के, जिवें बहरूपिया, बहरूपिया जिहड़ा है कई तरह के सांग विखांदा है। बहरूपिए तुसीं देखे होणगे इंडिया के अंदर, कोई शिव जी बनया होया है, कोई हनुमान बनया होया है, जां होर कई रूप धारण कीते हुंदे ने। देखते हैं असीं नाटकां दे विच कई सारे बंदे किवें कई सारे रूप धारण करते हैं। तां जिवें बहरूपिया कई सारे रूप विखांदा है, इस तरह ये बंदे की भी बिरती है, कई रूपां दे विच विचरदी है। कदे उच्चा, कदे अपने आप नूं नीवां समझदा है, कदे चंगा, कदे माड़ा, कदे इहदे अंदर कीड़ियां पतंगियां वाली बिरती है ते कदे हाथियां वाली बिरती है, कदे ये समाधियां ला रहा है ते कदे ये तीर्थां दे उत्ते नहा रहा है, कदे ये सिद्ध साधिक हो रहा है ते कदे मूँह दे विचों ज्ञान दीयां गल्लां करदा है। जिवें स्वांगी रूप विखांदा है, उवें ये रूप विखा रहा है। ज्यों प्रभु भावै तिवें नचावे, जिवें प्रभु नूं पाउंदा है उवें जीवां नूं नचाउंदा है। हुण ये चीज समझण वाली है, क्योंकि कई बार साडी थोड़ी जी जिहड़ी गलत इंटरप्रिटेशन है वो सानूं भी भरम विच पा दिंदी है। ते जे तां हुण असीं कहीए कि रब ही एवें करा रहा है, ज्यों प्रभ भावै तिवें नचावे, कि जिवें रब नूं पाउंदा है उवें नचाउंदा है, तां फिर तां बंदे दा कोई दोष है ही नहीं, क्योंकि रब ही सारा कुछ जे करा रहा है, चोरियां भी, शराबां भी, रिश्वतखोरी भी, तां फिर तां रब ही दोषी होया ना। हुण इत्थे भावे दा मतलब है जिवें प्रभु नूं पाउंदा है, पाउंदा मतलब भाणा जिवें प्रभु दा, ज्यों प्रभ भावे दा मतलब जिवें प्रभु दा भाणा है, हुक्म है, रजा है, सिस्टम है, वो सिस्टम नचा रहा है, वो सिस्टम दे अंदर रब नचा रहा है। क्योंकि सिस्टम है ना, जिहड़े सिस्टम नूं फॉलो करोगे वैसे दे हो जाओ। जे हुण बंदा कोई समाधि ला रहा है, मैडिटेशन कर रहा है, तां वो सिस्टम दे विच जो कुछ है उहनूं ही मिलेगा। जे तीर्थां ते कोई जा रहा है तां एक सिस्टम है ना कि तीर्थां दे उत्ते नहाएगा, पानी शरीर दे उत्ते पिंडे ते पाएगा ते शरीर साफ हो जाएगा, इन्ना की होएगा ना। ते जे मतलब कोई बंदा कर रहा है जप तप संयम, तां उहदे नाल उहदे शरीर नूं कष्ट मिल जाएगा, क्योंकि सिस्टम है ना। दूजे पासे एक वो है जिन्हें अपनी बिरती नूं बदल लिया है, जिहड़ा मन वचन कर्म करके सच्चा है, तां सिस्टम दे अंदर उहनूं कुछ मिल जाएगा। इसे नूं कहंदे ने ज्यों प्रभ भावे तिवें नचावे, कि जिवें प्रभु दा भाणा है, रजा है, सिस्टम है, उवें जीवां नूं नचांदा है। यानी जिस सिस्टम दे अंदर बंदा जैसे सिचुएशन दे अंदर है, उस सिचुएशन मुताबिक बंदा नची जांदा है, कर्म करी जांदा। जो तिस भावै सोई होए, गुरु जी कहंदे ने जो प्रभु नूं चंगा लगदा है उही हुंदा है। हुण जो तिस भावै दा मतलब चंगा लगदा है, चंगा रब नूं की लगदा है, रब दा सिस्टम है, हुक्म, हुक्म रजाई चलना, नानक लिखिया नाल। जदों तो संसार बनया है, संसार होंद विच आया है, तां सारा कुछ रजा दे अंदर चल रहा है। पिछे भी रजा विच चल रहा सी, अज भी चल रहा है, आउण वाले समय दे अंदर भी रजा दे अंदर चलदा रहेगा। रजा तो बाहर कुछ नहीं हो सकता। ये असीं रोज बार बार विचार कर ही रहे हैं और करीब करीब सानू ये सारिਆਂ ਨੂੰ समझ
ਆ ਗਿਆ ਹੋਵੇਗਾ ਕਿ ਸਿਸਟਮ ਤੋਂ ਬਾਹਰ ਅਸੀਂ ਕੁਝ ਨਹੀਂ ਕਰ ਸਕਦੇ, ਕੁਝ ਵੀ ਨਹੀਂ ਕਰ ਸਕਦੇ। ਲੇਕਿਨ ਸਿਸਟਮ ਦੇ ਅੰਦਰ ਰਹਿ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਬਹੁਤ ਕੁਝ ਪਾ ਸਕਦੇ ਹਾਂ। ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ, ਸਫਲਤਾ, ਪਿਆਰ, ਮੁਹੱਬਤ, ਪ੍ਰਭੂ ਦਾ ਮਿਲਾਪ, ਇਹ ਸਾਰਾ ਕੁਝ ਸਿਸਟਮ ਦੇ ਅੰਦਰ ਰਹਿ ਕੇ ਅਸੀਂ ਪਾ ਸਕਦੇ ਹਾਂ। ਤੇ ਜੇ ਸਿਸਟਮ ਨੂੰ ਫੋਲੋ ਨਹੀਂ ਕਰਦੇ, ਜੇ ਸੁੱਖਾਂ ਵਾਲੀ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰਦੇ, ਤਾਂ ਫਿਰ ਅਸੀਂ ਨਹੀਂ ਪਾ ਸਕਾਂਗੇ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਕਿੱਕਰ ਬੀਜ ਕੇ ਅੰਗੂਰ ਨਹੀਂ ਪਾਏ ਜਾ ਸਕਦੇ। ਇਹਦਾ ਮਤਲਬ ਇਹ ਨਹੀਂ ਕਿ ਅੰਗੂਰ ਪਾਏ ਹੀ ਨਹੀਂ ਜਾ ਸਕਦੇ, ਅੰਗੂਰ ਪੈਦਾ ਹੀ ਨਹੀਂ ਕੀਤੇ ਜਾ ਸਕਦੇ, ਇਹ ਨਹੀਂ। ਅੰਗੂਰ ਪੈਦਾ ਕੀਤੇ ਜਾ ਸਕਦੇ ਨੇ, ਪਰ ਕਿੱਕਰ ਬੀਜ ਕੇ ਨਹੀਂ। ਕਿੱਕਰਾਂ ਦੇ ਨਾਲ ਅੰਗੂਰ ਨਹੀਂ ਲੱਗਦੇ, ਉਹਦੇ ਵਾਸਤੇ ਅੰਗੂਰ ਹੀ ਬੀਜਣੇ ਪੈਣੇ। ਰੇਸ਼ਮੀ ਕੱਪੜੇ ਪਾਏ ਜਾ ਸਕਦੇ ਨੇ, ਪਰ ਭੇਡਾਂ ਦੀ ਉੱਨ ਤੋਂ ਰੇਸ਼ਮੀ ਕੱਪੜੇ ਨਹੀਂ ਬਣਾਏ ਜਾ ਸਕਦੇ, ਗਰਮ ਕੱਪੜੇ ਬਣ ਜਾਂਦੇ। ਸਿਸਟਮ ਹੈ ਨਾ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਜੋ ਤਿਸ ਭਾਵੈ ਸੋਈ ਹੋਏ, ਜੋ ਰੱਬ ਨੂੰ ਪਾਉਂਦਾ ਹੈ, ਜੋ ਸਿਸਟਮ ਹੈ ਉਹ ਹੀ ਕੁਝ ਹੁੰਦਾ ਹੈ, ਹੋਰ ਕੁਝ ਨਹੀਂ ਹੁੰਦਾ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਹੋਏ। हे ਨਾਨਕ, ਉਸ ਵਰਗਾ ਦੂਜਾ ਕੋਈ ਨਹੀਂ ਹੈ ਜੋ ਸਿਸਟਮ ਤੋਂ ਬਾਹਰ ਕੁਝ ਕਰ ਸਕੇ, ਜੋ ਰੱਬ ਦੀ ਰਜ਼ਾ ਤੋਂ ਬਾਹਰ ਕੁਝ ਕਰ ਸਕੇ। ਇਹੋ ਜਿਹਾ ਦੂਜਾ ਹੋਰ ਕੋਈ ਨਹੀਂ ਹੈ। ਰੱਬ ਵਰਗਾ ਦੂਜਾ ਕੋਈ ਨਹੀਂ। ਪਹਿਲੀ ਗੱਲ, ਜਿਹੜਾ ਇਸ ਸਿਸਟਮ ਨੂੰ ਚੇਂਜ ਕਰ ਸਕੇ, ਸਿਸਟਮ ਤੋਂ ਬਾਹਰ ਕੁਝ ਕਰ ਸਕੇ, ਉਹ ਦੂਜਾ ਹੈ ਨਹੀਂ। ਕਿਵੇਂ ਕਰੋਗੇ? ਸਿਸਟਮ ਦੇ ਅੰਦਰ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ। ਬੰਦੇ ਨੇ ਬਹੁਤ ਕੁਝ ਕੀਤਾ ਹੈ, ਬਹੁਤ ਕੁਝ ਪਾਇਆ ਹੈ। ਜੰਗਲਾਂ ਦੇ ਵਿੱਚ ਵਿਚਰਦਾ ਪਸ਼ੂਆਂ ਦੀ ਤਰ੍ਹਾਂ ਇਹਨੇ ਸਿਸਟਮ ਨੂੰ ਸਮਝਿਆ, ਦਿਮਾਗ ਦੀ ਇਹਨੇ ਵਰਤੋਂ ਕੀਤੀ, ਤੇ ਅੱਗ ਦੀ ਖੋਜ ਹੋ ਗਈ, ਪਹੀਏ ਦੀ ਖੋਜ ਹੋ ਗਈ। ਹੌਲੇ ਹੌਲੇ ਇਹਨੇ ਆਪਣੇ ਤਨ ਨੂੰ ਪੱਤਿਆਂ ਵਗੈਰਾ ਦੇ ਨਾਲ ਢੱਕਣਾ ਸਿੱਖ ਲਿਆ। ਫਿਰ ਇਹਨੇ ਝੌਂਪੜੀਆਂ ਬਣਾਉਣੀਆਂ ਸਿੱਖ ਲਈਆਂ। ਫਿਰ ਇਹਨੇ ਹੌਲੇ ਹੌਲੇ ਖੇਤੀ ਕਰਨੀ ਸਿੱਖ ਲਈ, ਕੱਪੜਾ ਇਜਾਦ ਕਰ ਲਿਆ, ਭਾਸ਼ਾ ਇਜਾਦ ਹੋ ਗਈ, ਤੇ ਅਸੀਂ ਅੱਜ ਇਲੈਕਟ੍ਰੋਨਿਕ ਯੁੱਗ ਦੇ ਅੰਦਰ ਪਹੁੰਚ ਗਏ। ਕਿੰਨਾ ਕੁਝ ਬੰਦੇ ਨੇ ਕੀਤਾ ਨਾ, ਸਾਰਾ ਕੁਝ ਰਜ਼ਾ ਦੇ ਅੰਦਰ ਹੈ। ਰਜ਼ਾ ਤੋਂ ਬਾਹਰ ਕੁਝ ਨਹੀਂ ਹੋਇਆ। ਕੋਈ ਐਸਾ ਦੂਜਾ ਨਹੀਂ ਜਿਹੜਾ ਹੁਕਮ ਤੋਂ ਬਾਹਰ ਕੁਝ ਕਰ ਸਕੇ। ਜਿਹੜੇ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਨੇ ਨਾ, ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ, ਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ, ਜੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਏ, ਉਹ ਇਹਨੂੰ ਸਮਝ ਲੈਣ ਤੇ ਇਹਨੂੰ ਫੋਲੋ ਕਰਨ, ਤਾਂ ਧਰਮ ਦੇ ਨਾਮ ਦੇ ਉੱਤੇ ਜਿਹੜੀ ਲੁੱਟ ਖਸੁੱਟ ਹੁੰਦੀ ਹੈ, ਜਾਂ ਧਰਮ ਦੇ ਨਾਮ ਦੇ ਉੱਤੇ ਜੋ ਆਰਥਿਕ ਔਰ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ, ਉਹ ਅੱਜ ਹੀ ਬੰਦ ਹੋ ਜਾਏਗਾ ਔਰ ਬੰਦੇ ਦੀ ਜ਼ਿੰਦਗੀ ਬਦਲ ਜਾਏਗੀ। ਫਿਰ ਸਾਨੂੰ ਸਮਝ ਆ ਜਾਏਗੀ ਕਿ ਕਰਾਮਾਤ ਨਾਮ ਦੀ ਚੀਜ਼ ਕੋਈ ਨਹੀਂ। ਕੋਈ ਬੰਦਾ ਕਰਾਮਾਤ ਨਹੀਂ ਕਰ ਸਕਦਾ, ਕਿਉਂਕਿ ਇਹ ਸਿਸਟਮ ਨੂੰ ਬਦਲ ਨਹੀਂ ਸਕਦਾ। ਨਾਨਕ ਦੂਜਾ ਅਵਰ ਨਾ ਕੋਈ। ਹੁਕਮੇ ਅੰਦਰ ਸਭ ਕੋ, ਸਾਰੇ ਹੀ ਸਿਸਟਮ ਵਿੱਚ ਨੇ। ਕੋਈ ਵੀ ਸਿਸਟਮ ਤੋਂ ਬਾਹਰ ਨਹੀਂ ਹੈ, ਹੁਕਮ ਤੋਂ ਬਾਹਰ ਨਹੀਂ ਹੈ, ਰਜ਼ਾ ਤੋਂ ਬਾਹਰ ਨਹੀਂ ਹੈ। ਤਾਂ ਫਿਰ ਇਹ ਚੀਜ਼ਾਂ ਦਾ ਸਾਨੂੰ ਸਮਝ ਆ ਜਾਏਗੀ ਕਿ ਕੋਈ ਜੋਤਸ਼ੀ ਸਾਡੇ ਭਵਿੱਖ ਨੂੰ ਨਹੀਂ ਬਦਲ ਸਕਦਾ ਮੰਤਰ ਜੰਤਰ ਨਾਲ। ਸਾਨੂੰ ਆਪ ਬਦਲਣਾ ਪਵੇਗਾ, ਕਰਮ ਕਰਨੇ ਪੈਣਗੇ, ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਜਿਹੜੀ ਚੀਜ਼ ਅਸੀਂ ਪਾਣੀ ਚਾਹੁੰਦੇ ਹਾਂ, ਬਿਨਾਂ ਰਿਕੁਆਇਰਮੈਂਟ ਪੂਰੀ ਕਰਨ ਤੋਂ ਚੀਜ਼ਾਂ ਨਹੀਂ ਮਿਲ ਸਕਦੀਆਂ, ਕੁਝ ਵੀ ਨਹੀਂ ਹੋ ਸਕਦਾ। ਕੋਈ ਬਾਬਾ ਸਾਡੇ ਕਿਸਮਤ ਨੂੰ ਨਹੀਂ ਬਦਲ ਸਕਦਾ। ਅਸੀਂ ਆਪ, ਜਦ ਤੱਕ ਸਾਡੀ ਬਿਰਤੀ ਨਹੀਂ ਬਦਲਦੀ, ਸੋਚ ਨਹੀਂ ਬਦਲਦੀ, ਅਸੀਂ ਕਰਮ ਨਹੀਂ ਕਰਦੇ, ਕੋਈ ਬੰਦਾ ਨਹੀਂ ਇਹ ਚੀਜ਼ ਨੂੰ ਬਦਲ ਸਕਦਾ। ਸਿਸਟਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਜੇ ਇਹ ਚੀਜ਼ ਸਮਝ ਆ ਜਾਏ ਤਾਂ ਹਰ ਬੰਦਾ ਖੁਦ ਮੁਖਤਿਆਰ ਹੋਏਗਾ, ਖੁਦ ਜ਼ਿੰਮੇਵਾਰ ਬਣੇਗਾ, ਔਰ ਜਿਹੜੀਆਂ ਪ੍ਰਾਪਤੀਆਂ ਉਹ ਚਾਹੁੰਦਾ ਹੈ ਉਹਨਾਂ ਵਾਸਤੇ ਉਹ ਯਤਨ ਕਰੇਗਾ, ਤੇ ਉਹ ਰਿਕੁਆਇਰਮੈਂਟਸ ਪੂਰੀ ਕਰੇਗਾ ਤੇ ਉਹਨਾਂ ਨੂੰ ਪਾ ਲਵੇਗਾ। ਹੁਣ ਗੁਰਦੇਵ ਅਗਲਾ ਬਚਨ ਕਰਦੇ ਨੇ, ਕਬਹੂ ਸਾਧ ਸੰਗਤ ਇਹ ਪਾਵੇ। ਬਾਕੀ ਸਾਰੇ ਕਰਮ ਗਿਣਾ ਕੇ, ਜਿੰਨੇ ਵੀ ਜਪ ਤਪ ਸੰਜਮ ਨੇ, ਸਿੱਧ ਸਾਧਕ ਨੇ, ਜਾਂ ਹੋਰ ਜਿੰਨੇ ਵੀ ਕਰਮ ਇਸ ਅਸ਼ਟਪਦੀ ਦੇ ਵਿੱਚ ਪਿੱਛੇ ਗਿਣਾਏ ਗਏ ਨੇ, ਉਹਨਾਂ ਦੇ ਨਾਲ ਰੱਬ ਦੀ ਰਜ਼ਾ ਨੂੰ ਨਹੀਂ ਬਦਲਿਆ ਜਾ ਸਕਦਾ। ਔਰ ਜੈਸਾ ਕੋਈ ਫੋਲੋ ਸਿਸਟਮ ਕਰ ਰਿਹਾ ਹੈ, ਵੈਸਾ ਉਹ ਬਣੀ ਜਾਂਦਾ ਹੈ, ਉਹਦੀ ਵਿਚਾਰ ਬਣੀ ਜਾਂਦੀ ਹੈ, ਵੈਸਾ ਹੀ ਉਹਨੂੰ ਫਲ ਮਿਲੀ ਜਾਂਦਾ ਹੈ। ਹੁਣ ਗੁਰੂ ਜੀ ਸਾਨੂੰ ਦੱਸਦੇ ਨੇ, ਕਬਹੂ ਸਾਧ ਸੰਗਤ ਇਹ ਪਾਵੇ, ਕਿ ਜੇ ਬੰਦਾ ਕਦੇ ਸਾਧ ਸੰਗਤ ਵਿੱਚ ਚਲਾ ਜਾਏ, ਸਾਧ ਸੰਗਤ ਵਿੱਚ ਜਾ ਅਪੜੇ। ਸਾਧ ਸੰਗਤ ਦਾ ਮਤਲਬ ਗੁਰੂ ਦੀ ਸੰਗਤ, ਗੁਰੂ ਦੀ ਸ਼ਰਨ। ਜੇ ਕਿਤੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ, ਇਹਦੀ ਸੁਰਤ ਗੁਰੂ ਦੇ ਵੇ ਆਫ ਲਾਈਫ ਦੇ ਨਾਲ ਜੁੜ ਜਾਏ, ਗੁਰੂ ਦੀ ਬਾਣੀ ਨੂੰ ਇਹ ਸਮਝ ਲਵੇ, ਆਪਣਾ ਆਪਾ ਗੁਰੂ ਦੇ ਅੱਗੇ ਸਮਰਪਿਤ ਕਰ ਦੇਵੇ, ਸਰੈਂਡਰ ਹੋ ਜਾਏ, ਸਾਧ ਸੰਗਤ ਵਿੱਚ ਪਹੁੰਚ ਜਾਏ, ਉਸ ਅਸਥਾਨ ਤੇ ਬਹੁਰ ਨਾ ਆਵੇ, ਫਿਰ ਇਹਦਾ ਜਿਹੜਾ ਮਨ ਹੈ ਉਹ ਫਿਰ ਵਾਪਸ ਨਹੀਂ ਪਰਤਦਾ।
ਜੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲਵੇ ਨਾ ਇੱਕ ਵਾਰ, ਗਿਆਨ ਗੁਰੂ ਇਸ ਨੂੰ ਮਿਲ ਜਾਏ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲੇ, ਇਹਦੇ ਅੰਦਰ ਕਾਮਨ ਸੈਂਸ ਪੈਦਾ ਹੋ ਜਾਏ, ਇਹਦੇ ਅੰਦਰ ਗਿਆਨ ਪੈਦਾ ਹੋ ਜਾਏ, ਇਹਨੂੰ ਸਮਝ ਆ ਜਾਏ ਔਰ ਗੁਰੂ ਦੇ ਵੇ ਆਫ ਲਾਈਫ ਨੂੰ ਇਹ ਮਨ ਅਪਣਾ ਲਵੇ, ਤਾਂ ਫਿਰ ਇਹ ਉੱਥੋਂ ਵਾਪਸ ਨਹੀਂ ਪਰਤੇਗਾ। ਫਿਰ ਇਹਨੂੰ ਸਮਝ ਆ ਜਾਏਗੀ ਕਿ ਸੁੱਖਾਂ ਦਾ ਸਾਧਨ ਹੁਕਮ ਹੈ, ਸੁੱਖਾਂ ਦਾ ਸਾਧਨ ਰਜ਼ਾ ਹੈ। ਫਿਰ ਇਹਨੂੰ ਕੋਈ ਮਿਸਗਾਈਡ ਨਹੀਂ ਕਰ ਪਾਏਗਾ, ਫਿਰ ਜੀਵਨ ਦੇ ਅੰਦਰ ਕਦੇ ਭਟਕੇਗਾ ਨਹੀਂ, ਫਿਰ ਇਹਦਾ ਮਨ ਟਿਕ ਜਾਏਗਾ ਸੱਚ ਤੇ, ਫਿਰ ਇਹਦੀ ਭਟਕਣਾ ਖਤਮ ਹੋ ਜਾਏਗੀ, ਆਪਣੇ ਗੋਲ ਤੇ ਜੁੜ ਜਾਏਗਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਵੇਗਾ। ਕਿਉਂਕਿ ਸਮਝ ਆ ਗਈ ਨਾ ਕਿ ਜੇ ਮੈਂ ਸੁੱਖ ਚਾਹਨਾ ਤਾਂ ਮੈਨੂੰ ਇਹ ਕੰਮ ਕਰਨੇ ਪੈਣੇ, ਜੇ ਮੈਂ ਸੁੱਖ ਚਾਹਨਾ ਤਾਂ ਮੈਨੂੰ ਆਪਣਾ ਅੱਖਾਂ ਦਾ ਨਜ਼ਰੀਆ ਬਦਲਣਾ ਪਵੇਗਾ, ਮੈਨੂੰ ਆਪਣੀ ਬੋਲ ਬਾਣੀ ਚੇਂਜ ਕਰਨੀ ਪਵੇਗੀ, ਸੁੱਖਾਂ ਵਾਲੀ ਕਰਨੀ ਪਵੇਗੀ, ਐਸੀ ਬੋਲ ਬਾਣੀ ਜਿਸ ਤਰ੍ਹਾਂ ਹੀ ਮੈਨੂੰ ਆਦਰ ਮਾਨ ਮਿਲੇ। ਮੈਨੂੰ ਆਪਣੀ ਸਰੋਤ ਬਦਲਣੀ ਪਵੇਗੀ, ਮੈਨੂੰ ਆਪਣੀ ਕਿਰਤਕਾਰ ਕਰਮ ਵਿਹਾਰ ਬਦਲਣਾ ਪਵੇਗਾ, ਮੈਨੂੰ ਆਪਣੇ ਤੁਰਨ ਦੇ ਰਾਸਤੇ ਚੇਂਜ ਕਰਨੇ ਪੈਣਗੇ, ਮੈਨੂੰ ਆਪਣੀ ਮੈਂਟੈਲਿਟੀ ਚੇਂਜ ਕਰਨੀ ਪਵੇਗੀ ਜੇ ਮੈਂ ਸੁੱਖ ਚਾਹੁੰਦਾ ਹਾਂ। ਇਹ ਸਮਝ ਆ ਜਾਏਗੀ ਤੇ ਫਿਰ ਬੰਦਾ ਇੱਥੋਂ ਦੂਰ ਨਹੀਂ ਜਾਏਗਾ। ਤੇ ਹਕੀਕਤ ਹੈ, ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਆ ਗਈ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ, ਫਿਰ ਉਹ ਉਸ ਸਥਾਨ ਤੋਂ ਦੂਰ ਨਹੀਂ ਗਏ। ਬਾਬਾ ਲਹਿਣਾ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਏ ਤੇ ਜਦੋਂ ਆ ਗਏ ਤੇ ਫਿਰ ਆ ਗਏ, ਉੱਥੋਂ ਗਏ ਨਹੀਂ, ਸਦਾ ਵਾਸਤੇ ਟਿਕ ਗਏ, ਗੁਰੂ ਦਾ ਹੀ ਰੂਪ ਹੋ ਗਏ, ਗੁਰੂ ਅਮਰਦਾਸ ਜੀ। ਹੁਣ ਜੇ ਅੱਗੇ ਅਸੀਂ ਸਿੱਖਾਂ ਦੀ ਗੱਲ ਕਰੀਏ ਤਾਂ ਜਿੰਨੇ ਵੀ ਅਸੀਂ ਅਰਦਾਸ ਵਿੱਚ ਰੋਜ਼ ਸ਼ਹੀਦ ਵੀਰਾਂ ਭੈਣਾਂ ਬੱਚੀਆਂ ਬੱਚਿਆਂ ਦਾ ਨਾਮ ਲੈਂਦੇ ਹਾਂ, ਉਸ ਸਥਾਨ ਤੇ ਆ ਗਏ ਨਾ ਗੁਰੂ ਦੀ ਸ਼ਰਨ ਵਿੱਚ, ਸਮਝ ਆ ਗਈ ਸੱਚ ਦੀ, ਆਰੇ ਦੇ ਨਾਲ ਤੇ ਚੀਰੇ ਗਏ ਪਰ ਸੱਚ ਤੋਂ ਦੂਰ ਨਹੀਂ ਹੋਏ। ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਮਾਵਾਂ ਦੀਆਂ ਝੋਲੀਆਂ ਚ ਪਾ ਦਿੱਤੇ ਗਏ, ਲੇਕਿਨ ਉਹ ਮਾਵਾਂ ਸੱਚ ਨਾਲੋਂ ਦੂਰ ਨਹੀਂ ਨਾ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਗਿਆ, ਲੇਕਿਨ ਉਹ ਸੱਚ ਤੋਂ ਦੂਰ ਨਹੀਂ ਨਾ ਹੋਇਆ। ਅੱਜ ਵੀ ਐਸੇ ਬਹੁਤ ਸਾਰੇ ਲੋਕ ਆਪ ਨੂੰ ਮਿਲ ਜਾਣਗੇ ਜੋ ਸੱਚ ਦੇ ਨਾਲ ਜੁੜੇ ਹੋਏ ਨੇ। ਤਾਂ ਜਦੋਂ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ, ਉਹਨੂੰ ਸਹੀ ਸਮਝ ਪੈਂਦੀ ਹੈ, ਗਿਆਨ ਮਿਲਦਾ ਹੈ, ਵਿਵੇਕ ਬੁੱਧ ਮਿਲਦੀ ਹੈ, ਫਿਰ ਉਸ ਵਿਵੇਕ ਤੋਂ, ਉਸ ਗਿਆਨ ਤੋਂ, ਉਸ ਜੀਵਨ ਤੋਂ ਦੂਰ ਨਹੀਂ ਜਾਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਅੰਤਰ ਹੋਏ ਗਿਆਨ ਪ੍ਰਗਾਸ, ਪ੍ਰਗਾਸ ਦਾ ਮਤਲਬ ਚਾਨਣਾ, ਕਿਉਂਕਿ ਗੁਰੂ ਦੇ ਗਿਆਨ ਦਾ ਪ੍ਰਕਾਸ਼ ਫਿਰ ਉਹਦੇ ਅੰਦਰ ਹੋ ਜਾਂਦਾ ਹੈ। ਗੁਰੂ ਦੇ ਗਿਆਨ ਦਾ ਪ੍ਰਕਾਸ਼ ਯਾਨੀ ਉਹਨੂੰ ਵਿਵੇਕ ਬੁੱਧ ਮਿਲ ਜਾਂਦੀ ਹੈ, ਉਹਨੂੰ ਕਾਮਨ ਸੈਂਸ ਮਿਲ ਜਾਂਦੀ ਹੈ, ਉਹਨੂੰ ਸਮਝ ਪੈ ਜਾਂਦੀ ਹੈ ਠੀਕ ਕੀ ਹੈ, ਗਲਤ ਕੀ ਹੈ, ਆਤਮ ਕੀ ਹੈ, ਅਨਾਤਮ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਜੀਵਨ ਕੀ ਹੈ, ਮੌਤ ਕੀ ਹੈ, ਸੁੱਖ ਕੀ ਹੈ, ਦੁੱਖ ਕੀ ਹੈ, ਉਹਨੂੰ ਸਮਝ ਪੈ ਗਈ ਨਾ। ਨਰਕ ਕੀ ਹੈ, ਸਵਰਗ ਕੀ, ਸਭ ਕੁਝ ਉਹਨੂੰ ਸਮਝ ਪੈ ਗਈ, ਅੰਦਰ ਗਿਆਨ ਦਾ ਚਾਨਣਾ ਹੋ ਗਿਆ। ਹੁਣ ਚਾਨਣੇ ਦੇ ਅੰਦਰ ਸਾਰਾ ਕੁਝ ਦਿਸ ਰਿਹਾ ਹੈ। ਇੱਕ ਤੇ ਬੰਦਾ ਹਨੇਰੇ ਦੇ ਕਾਰਨ ਖੂਹ ਚ ਡਿੱਗ ਪਿਆ, ਹਨੇਰੇ ਦੇ ਕਾਰਨ ਠੇਡਾ ਲੱਗ ਗਿਆ, ਹਨੇਰੇ ਦੇ ਕਾਰਨ ਕੋਈ ਚੀਜ਼ ਦਿਸੀ ਨਹੀਂ ਤੇ ਬੰਦਾ ਖੰਭੇ ਵਿੱਚ ਜਾ ਵੱਜਿਆ, ਇਹ ਤੇ ਹਨੇਰੇ ਦੇ ਕਾਰਨ ਸੀ। ਪਰ ਜਦੋਂ ਹੁਣ ਸੂਰਜ ਚੜਿਆ ਹੋਏ ਤਾਂ ਫਿਰ ਬੰਦੇ ਨੂੰ ਸਭ ਕੁਝ ਦਿਸ ਰਿਹਾ ਨਾ ਕਿ ਮੈਂ ਖੰਭੇ ਵਿੱਚ ਨਹੀਂ ਵੱਜਣਾ, ਸਾਹਮਣੇ ਕੰਡੇ ਪੈ ਨੇ, ਸਾਹਮਣੇ ਪੱਥਰ ਹੈ, ਇਧਰ ਖੂਹ ਹੈ, ਇਹ ਰਾਸਤਾ ਮੇਰਾ ਠੀਕ ਹੈ, ਇਹ ਰਾਸਤਾ ਗਲਤ ਹੈ। ਸਮਝ ਹੋ ਗਏ ਨਾ, ਗਿਆਨ, ਵਿਵੇਕ ਬੁੱਧ, ਕਾਮਨ ਸੈਂਸ ਮਿਲ ਗਈ। ਤੇ ਜਦੋਂ ਕਾਮਨ ਸੈਂਸ ਮਿਲ ਜਾਏ, ਵਿਵੇਕ ਬੁੱਧ ਮਿਲ ਜਾਏ और बंदा फिर ऐसे थां ते टिकदा है, उस अस्थान का नहीं विनाश। उस अस्थान का मतलब वो हालात जिहड़ी है, वो सोच, वो मैंटैलिटी, ਉਹਦਾ ਫਿਰ ਵਿਨਾਸ਼ ਨਹੀਂ ਹੁੰਦਾ। ਗਿਆਨ ਦਾ ਚਾਨਣਾ ਜਦੋਂ ਅੰਦਰ ਹੋ ਜਾਂਦਾ ਨਾ, ਕਾਮਨ ਸੈਂਸ ਮਿਲ ਜਾਂਦੀ ਹੈ, ਤਾਂ ਫਿਰ ਉਹ ਐਸੀ ਇੱਕ ਹਾਲਾਤ ਹੈ, ਉਹ ਫਿਰ ਹਾਲਾਤ ਸदैਵੀ ਬਣੀ ਰਹਿੰਦੀ ਹੈ। ਉਹਨੂੰ ਸਮਝ ਆ ਗਈ ਜਦੋਂ, ਤਾਂ ਫਿਰ ਉਹਨੂੰ ਯੂਜ਼ ਕਰਦਾ ਹੈ, ਚਾਨਣੇ ਦੇ ਵਿੱਚ ਜ਼ਿੰਦਗੀ ਜੀਂਦਾ ਹੈ। ਹਕੀਕਤ ਹੈ, ਅਸੀਂ ਦੇਖਦੇ ਹਾਂ ਜੇ ਇਹਨਾਂ ਚੀਜ਼ਾਂ ਨੂੰ ਸਮਝਣਾ ਹੋਵੇ ਨਾ, ਤਾਂ ਆਮ ਜ਼ਿੰਦਗੀ ਵੱਲ ਇੱਕ ਝਾਤ ਮਾਰ ਕੇ ਦੇਖੋ। ਕਈ ਲੋਕ ਨੇ ਵਿਆਹ ਸ਼ਾਦੀ ਵਿੱਚ ਜਾਂ ਕਿਸੇ ਸਮਾਗਮ ਦੇ ਅੰਦਰ ਜਾਣਗੇ ਤਾਂ ਉਹ ਆਮ ਕਰਕੇ ਉਹਨਾਂ ਦਾ ਬੋਲ ਬਾਣੀ ਜਾਂ ਉਹਨਾਂ ਦਾ ਰਹਿਣ ਸਹਿਣ ਜਾਂ ਉਹਨਾਂ ਦਾ ਮਿਲਵਰਤਨ ਠੀਕ ਨਹੀਂ ਹੁੰਦਾ ਤੇ ਉਹ ਦੁਖੀ ਹੀ ਹੋਣਗੇ ਜਾਂ ਦੂਜਿਆਂ ਨੂੰ ਵੀ ਦੁੱਖ ਦੇਣਗੇ। ਤੇ ਕਈ ਲੋਕ ਨੇ ਐਸੇ ਥਾਂ ਦੇ ਉੱਤੇ ਫਸੇ ਹੁੰਦੇ ਨੇ, ਪਰ ਉਹ ਬੜੇ ਆਰਾਮ ਦੇ ਨਾਲ ਰਹਿੰਦੇ ਨੇ, ਉਹ ਵਿਚਰਦੇ ਨੇ, ਕਿਉਂਕਿ ਉਹਨਾਂ ਨੂੰ ਕਾਮਨ ਸੈਂਸ ਹੈ ਤੇ ਕਿੱਥੇ ਬੋਲਣਾ ਹੈ ਕਿੱਥੇ ਨਹੀਂ ਬੋਲਣਾ। ਉਹ ਮਾੜੇ ਬੰਦੇ ਨੂੰ ਅਵੋਇਡ ਕਰ ਦੇਣਗੇ ਕਿ ਇਹ ਥੋੜੀ ਜਿਹੀ ਗੱਲ ਅਵੋਇਡ ਕੀਤਿਆਂ ਝਗੜਾ ਖਤਮ ਹੁੰਦਾ, ਤਾਂ ਅਵੋਇਡ ਕਰਨਗੇ, ਕਿਉਂਕਿ ਕਾਮਨ ਸੈਂਸ ਹੈ ਨਾ।
ਵਿਵੇਕ ਬੁੱਧ, ਜਿਹਨੂੰ ਗੁਰਬਾਣੀ ਵਿੱਚ ਵਿਵੇਕ ਬੁੱਧ ਕਹਿੰਦੇ ਆ, ਕਾਮਨ ਸੈਂਸ। ਅਸਲ ਦੇ ਅੰਦਰ ਬੰਦੇ ਦੇ ਅੰਦਰ ਕਾਮਨ ਸੈਂਸ ਦੀ ਘਾਟ ਹੈ ਕਿ ਮੈਂ ਕਿੱਥੇ ਕਿਹੜੀ ਚੀਜ਼ ਨੂੰ ਕਿਵੇਂ ਵਰਤਣਾ ਹੈ। ਸਾਡੇ ਪ੍ਰੋਬਲਮਸ ਕਿਉਂ ਆਉਂਦੀਆਂ ਨੇ, ਜਿਵੇਂ ਮੈਂ ਕੱਲ ਪਰਸੋਂ ਵੀ ਸ਼ਾਇਦ ਸਾਂਝਾ ਕੀਤਾ ਸੀ, ਕੁਝ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਪਰਸਨਲ ਲੈ ਲੈਂਦੇ ਹਾਂ। ਜੇ ਅਸੀਂ ਉਹਨਾਂ ਨੂੰ ਸਿਚੁਏਸ਼ਨਲ ਰੂਪ ਦੇ ਅੰਦਰ ਸੋਚੀਏ ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੋਲਵ ਹੋ ਸਕਦੀਆਂ ਨੇ। ਮੰਨ ਲਓ ਤੁਸੀਂ ਕਿਸੇ ਨੂੰ ਕੋਈ ਕੰਮ ਕਿਹਾ ਤੇ ਉਹਨੇ ਤੁਹਾਨੂੰ ਕੰਮ ਵਾਸਤੇ ਇਨਕਾਰ ਕਰ ਦਿੱਤਾ, ਕੰਮ ਵਾਸਤੇ ਇਨਕਾਰ ਕਰ ਦਿੱਤਾ। ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ। ਇੱਕ ਤਾਂ ਹੈ ਤੁਸੀਂ ਪਰਸਨਲ ਲਓ, ਆਪਣੇ ਤੌਰ ਤੇ ਸੋਚੋ ਕਿ ਇਹਨੇ ਮੈਨੂੰ ਨਾ ਕਿਉਂ ਕੀਤਾ ਹੈ, ਇਹ ਮੈਨੂੰ ਲਾਈਕ ਹੀ ਨਹੀਂ ਕਰਦਾ, ਇਹ ਚਾਹੁੰਦਾ ਹੈ ਕਿ ਮੈਂ ਜੇ ਕੰਮ ਇਹਦਾ ਕੀਤਾ ਇਹਨੇ ਸਫਲ ਹੋ ਜਾਣਾ, ਮੇਰੀ ਸਫਲਤਾ ਵਿੱਚ ਹੀ ਰਾਜੀ ਨਹੀਂ, ਇਹ ਤੇ ਮੈਨੂੰ ਫੇਲ ਕਰਨਾ ਚਾਹੁੰਦਾ ਹੈ, ਤੇ ਮੈਨੂੰ ਖਿੱਬੀ ਲਾਣਾ ਚਾਹੁੰਦਾ ਹੈ, ਤੇ ਮੇਰਾ ਹੈ ਹੀ ਦੁਸ਼ਮਣ ਹੈ, ਇਹ ਤੇ ਮੇਰਾ ਵੈਰੀ ਹੈ, ਤਾਂ ਨਾ ਕੀਤੀ ਹੈ। ਇਹ ਚੀਜ਼ ਹੈ ਪਰਸਨਲ। ਤੇ ਦੂਜਾ ਹੈ ਸਿਚੁਏਸ਼ਨਲ। ਇਹਦੇ ਤੋਂ ਇਲਾਵਾ ਸੋਚੋ ਕਿ ਹੋਰ ਕੀ ਕਾਰਨ ਹੋ ਸਕਦਾ ਹੈ। ਜੇ ਉਹਨੇ ਕੰਮ ਵਾਸਤੇ ਨਾ ਕੀਤਾ, ਹੋ ਸਕਦਾ ਉਹਦੀ ਸਮਰੱਥਾ ਹੀ ਨਾ ਹੋਵੇ, ਹੋ ਸਕਦਾ ਉਹਨੇ ਕਿਤੇ ਹੋਰ ਜਾਣਾ ਹੋਵੇ, ਉਹ ਜਿਹੜਾ ਮੈਂ ਕੰਮ ਕਿਹਾ ਉਹ ਕਰ ਹੀ ਨਾ ਸਕਦਾ ਹੋਵੇ। ਇਹਨੂੰ ਕਹਿੰਦੇ ਨੇ ਸਿਚੁਏਸ਼ਨਲ। ਜਦੋਂ ਅਸੀਂ ਸਿਚੁਏਸ਼ਨਲ ਸੋਚਾਂਗੇ ਤਾਂ ਸਾਡੀਆਂ ਦੂਰੀਆਂ ਨਹੀਂ ਵਧਣਗੀਆਂ, ਪਰ ਅਸੀਂ ਹਰ ਚੀਜ਼ ਨੂੰ ਪਰਸਨਲ ਲੈ ਲੈਂਦੇ ਹਾਂ। ਇਹ ਕਾਮਨ ਸੈਂਸ ਦੀ ਘਾਟ ਕਰਕੇ ਹੈ। ਤਾਂ ਇਹਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਨਾ, ਉਸ ਸਥਾਨ ਦਾ ਨਹੀਂ ਵਿਨਾਸ਼, ਉਸ ਸਥਾਨ ਦਾ ਫਿਰ ਵਿਨਾਸ਼ ਨਹੀਂ ਹੁੰਦਾ, ਫਿਰ ਬੰਦਾ ਉਸ ਗਿਆਨ ਦੀ ਵਰਤੋਂ ਕਰਦਾ ਹੈ, ਸਿਚੁਏਸ਼ਨਲ ਦੇਖਦਾ ਹੈ ਹਰ ਚੀਜ਼ ਨੂੰ। ਮਨ ਤਨ ਨਾਮ ਰਤੇ ਇੱਕ ਰੰਗ। ਜਿਨ੍ਹਾਂ ਮਨੁੱਖਾਂ ਦਾ ਮਨ ਔਰ ਤਨ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ, ਨਾਮ ਵਿੱਚ, ਪ੍ਰਭੂ ਦੇ ਹੁਕਮ ਵਿੱਚ। ਇੱਕ ਰੰਗ ਦਾ ਮਤਲਬ ਕਿ ਪ੍ਰਭੂ ਦੇ ਪਿਆਰ ਵਿੱਚ, ਰੱਬ ਦੇ ਹੁਕਮ ਦੇ ਪਿਆਰ ਵਿੱਚ। ਜਿਨ੍ਹਾਂ ਦਾ ਰੱਬ ਦੇ ਹੁਕਮ ਦੇ ਨਾਲ ਪਿਆਰ ਬਣ ਜਾਂਦਾ ਹੈ, ਰੱਬੀ ਗੁਣਾਂ ਦੇ ਨਾਲ ਪਿਆਰ ਬਣ ਜਾਂਦਾ ਹੈ, ਜੋ ਹਮੇਸ਼ਾ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ ਪਿਆਰ ਦੇ ਨਾਲ, ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਜਿਨ੍ਹਾਂ ਦਾ ਪਿਆਰ ਸੱਚ ਨਾਲ, ਸੰਤੋਖ ਨਾਲ, ਦਇਆ ਧਰਮ ਨਾਲ, ਨਿਰਵੈਰਤਾ ਨਾਲ, ਨਿਰਵੈਰਤਾ ਦੇ ਨਾਲ ਬਣ ਗਿਆ ਹੈ। ਮਨ ਵੀ ਰੰਗਿਆ ਗਿਆ, ਤਨ ਵੀ ਰੰਗਿਆ ਗਿਆ। ਮਨ ਰੰਗੇ ਜਾਣ ਦਾ ਮਤਲਬ ਮੈਂਟੈਲਿਟੀ ਦੇ ਅੰਦਰ ਵੀ ਗੁਣ ਨੇ, ਔਰ ਤਨ ਦਾ ਮਤਲਬ ਤਨ ਰਾਹੀਂ ਉਹ ਕੰਮ ਵੀ ਰੱਬੀ ਗੁਣਾਂ ਵਾਲੇ ਹੀ ਕਰ ਰਿਹਾ ਹੈ, ਅੰਦਰੋਂ ਬਾਹਰੋਂ ਰੱਬੀ ਰਜ਼ਾ ਦੇ ਅੰਦਰ ਚੱਲ ਰਿਹਾ ਹੈ, ਅੰਦਰੋਂ ਬਾਹਰੋਂ ਉਹ ਇੱਕ ਜੈਸਾ ਹੈ, ਕਥਨੀ ਕਰਨੀ ਦਾ ਪੂਰਾ ਹੈ। ਐਸੇ ਜਿਹੜੇ ਬੰਦੇ ਨੇ ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਇਹੋ ਜਿਹੇ ਜਿਹੜੇ ਲੋਕ ਨੇ ਉਹ ਸਦਾ ਰੱਬ ਦੀ ਹਜ਼ੂਰੀ ਵਿੱਚ ਵਸਦੇ ਨੇ, ਰੱਬ ਦੇ ਨਾਲ ਰਹਿੰਦੇ ਨੇ। ਐਸੇ ਜਿਹੜੇ ਲੋਕ ਨੇ, ਜੇ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਵੇ ਤਾਂ ਅਸੀਂ ਵੀ ਰੱਬ ਦੇ ਨਾਲ। ਇਹਦਾ ਮਤਲਬ ਕੀ ਹੋਇਆ ਕਿ ਜਿਹੜੇ ਇਹ ਗੁਣ ਨੇ, ਜਿਹੜੀ ਐਸੀ ਜ਼ਿੰਦਗੀ ਹੈ, ਐਸਾ ਸੁਭਾਅ ਬਣਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਇਹ ਗੁਣ ਹੀ ਰੱਬ ਹੈ, ਰਜ਼ਾ ਹੀ ਰੱਬ ਹੈ, ਰਜ਼ਾ ਵਿੱਚ ਰਹਿਣਾ ਹੀ ਰੱਬ ਦੇ ਨਾਲ ਰਹਿਣਾ ਹੈ, ਗੁਣਾਂ ਦੇ ਨਾਲ ਰਹਿਣਾ ਹੀ ਰੱਬ ਦੇ ਨਾਲ ਰਹਿਣਾ ਹੈ। ਨਿਰਭਉ ਨਿਰਵੈਰ, ਇਹ ਸਾਰੇ ਰੱਬ ਦੇ ਗੁਣ ਨੇ। ਇਹਨਾਂ ਗੁਣਾਂ ਨੂੰ ਪਾ ਲੈਣਾ, ਰੱਬ ਨੂੰ ਪਾ ਲੈਣਾ ਹੈ। ਇਹਨਾਂ ਗੁਣਾਂ ਨੂੰ ਪ੍ਰਗਟ ਕਰ ਲੈਣਾ, ਰੱਬ ਨੂੰ ਪ੍ਰਗਟ ਕਰ ਲੈਣਾ ਹੈ। ਇਹਨਾਂ ਗੁਣਾਂ ਨੂੰ ਇੰਪਲੀਮੈਂਟ ਜ਼ਿੰਦਗੀ ਵਿੱਚ ਕਰਨਾ ਹੀ ਰੱਬ ਦੀ ਰਜ਼ਾ ਦੇ ਵਿੱਚ ਤੁਰਨਾ ਹੈ। ਐਸੇ ਲੋਕ ਫਿਰ ਸਦਾ ਰੱਬ ਦੇ ਨਾਲ ਰਹਿੰਦੇ ਨੇ, ਰੱਬ ਦੇ ਨਾਲ ਮਿਲਾਪ ਰਹਿੰਦਾ ਹੈ। ਜਿਵੇਂ ਆਪਾਂ ਅੰਗ ਸੰਗ ਦੀ ਗੱਲ ਕੀਤੀ ਸੀ। ਹੁਣ ਦੇਖੋ, ਜੇ ਇੱਕ ਬੱਚਾ ਹੈ ਨਾ, ਉਹਦੇ ਮਾਂ-ਬਾਪ ਨਾਲ ਹੋਣ ਤਾਂ ਬੱਚਾ ਸ਼ਰਾਰਤਾਂ ਘੱਟ ਕਰਦਾ ਨਾ ਬੰਦਾ ਦੂਜੇ ਦਿਸ਼ਾ। ਹੁਣ ਅਸੀਂ ਰੱਬ ਦੇ ਪਿਆਰ ਵਾਲੇ ਹਾਂ, ਤੇ ਜੇ ਮੰਨ ਲਓ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਕਰਕੇ ਸਾਡੇ ਨਾਲ ਹੋਣ, ਸਰੀਰ ਕਰਕੇ, ਔਰ ਅਸੀਂ ਉਹਨਾਂ ਦੇ ਨਾਲ ਤੁਰਦੇ ਫਿਰਦੇ ਹੋਈਏ, ਤਾਂ ਫਿਰ ਅਸੀਂ ਕੈਸੇ ਬੋਲਾਂਗੇ, ਕੈਸੀ ਜ਼ਿੰਦਗੀ ਜੀਵਾਂਗੇ, ਕੈਸਾ ਸੋਚਾਂਗੇ, ਕੈਸਾ ਵੇਖਾਂਗੇ। ਜਿਵੇਂ ਗੁਰੂ ਚਾਹੁੰਦਾ ਨਾ, ਅਸੀਂ ਇੱਕ ਵੀ ਐਸੀ ਗਲਤੀ ਨਹੀਂ ਕਰਾਂਗੇ ਕਿ ਗੁਰੂ ਜੀ ਸਾਡੇ ਨਾਲ ਨਾਰਾਜ਼ ਹੋਣ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਨ ਲਓ ਸਿਰ ਤੇ ਲੈ ਕੇ ਕਿਤੇ ਜਾ ਰਹੇ ਹਾਂ, ਤੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਸ਼ੀਸ਼ ਦੇ ਉੱਤੇ ਹੋਵੇ, ਤੇ ਸਾਡਾ ਨਜ਼ਰੀਆ, ਸਾਡਾ ਬੋਲ ਚਾਲ ਵਿਹਾਰ ਕੈਸਾ ਹੋਏਗਾ। ਇਹ ਮੈਂ ਨਿੱਕੀਆਂ ਨਿੱਕੀਆਂ ਮਿਸਾਲਾਂ ਦੇ ਰਿਹਾ ਜਿਸ ਕਰਕੇ ਅਸੀਂ ਇਹ ਚੀਜ਼ ਨੂੰ ਸਮਝ ਸਕੀਏ। ਤੇ ਜਿਹੜੇ ਫਿਰ ਰੱਬ ਨੂੰ ਆਪਣੇ ਨਾਲ ਸਮਝਦੇ ਨੇ ਨਾ, ਉਹ ਕੋਈ ਮਾੜਾ ਕੰਮ ਨਹੀਂ ਕਰਦੇ, ਕੋਈ ਐਸਾ ਬੋਲ ਨਹੀਂ ਬੋਲਦੇ ਜਿਹੜਾ ਰੱਬ ਨੂੰ ਪਸੰਦ ਨਾ ਹੋਵੇ।
ਐਸਾ ਉਹਨਾਂ ਦਾ ਨਜ਼ਰੀਆ ਨਹੀਂ ਹੁੰਦਾ ਜਿਹੜਾ ਰੱਬ ਨੂੰ ਪਸੰਦ ਨਾ ਹੋਵੇ, ਐਸਾ ਕੋਈ ਕੰਮ ਨਹੀਂ ਕਰਦੇ, ਯਾਨੀ ਉਹ ਰੱਬ ਦੀ ਹਜ਼ੂਰੀ ਵਿੱਚ ਰਹਿੰਦੇ ਨੇ, ਰੱਬ ਦੀ ਰਜ਼ਾ ਦੇ ਵਿੱਚ ਤੁਰਦੇ ਨੇ, ਉਹਨਾਂ ਦਾ ਮਿਲਾਪ ਹੋ ਜਾਂਦਾ ਤੇ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ ਹੈ? ਜਿਉਂ ਜਲ ਮਹਿ ਜਲ ਆਏ ਖਟਾਨਾ, ਖਟਾਨਾ ਦਾ ਮਤਲਬ ਮਿਲਦਾ ਹੈ, ਜਿਵੇਂ ਪਾਣੀ ਦੇ ਵਿੱਚ ਆਣ ਕੇ ਪਾਣੀ ਮਿਲ ਜਾਂਦਾ ਹੈ। ਦੇਖੋ ਕਿੰਨੀਆਂ ਨਦੀਆਂ ਨੇ, ਕਿੰਨੇ ਦਰਿਆ ਨੇ, ਸਤਲੁਜ ਹੈ, ਬਿਆਸ ਹੈ, ਗੰਗਾ ਹੈ, ਜਮੁਨਾ ਹੈ, ਰਾਵੀ ਹੈ, ਹੋਰ ਨਦੀਆਂ ਨਾਲੇ ਨੇ, ਕਿੰਨੇ ਸਾਰਾ ਪਾਣੀ ਸਮੁੰਦਰ ਵਿੱਚ ਜਾ ਕੇ ਪੈ ਜਾਂਦਾ ਹੈ। ਤੇ ਸਮੁੰਦਰ ਵਿੱਚ ਪੈਣ ਤੋਂ ਬਾਅਦ ਕੋਈ ਬੰਦਾ ਡੋਲੂ ਭਰ ਕੇ ਕੱਢ ਸਕਦਾ ਹੈ ਕਿ ਆ ਮੈਂ ਗੰਗਾ ਦਾ ਪਾਣੀ ਬਾਹਰ ਕੱਢਿਆ, ਜਾਂ ਜਮੁਨਾ ਦਾ, ਜਾਂ ਰਾਵੀ ਦਾ, ਜਾਂ ਬਿਆਸ ਦਾ, ਜਾਂ ਸਤਲੁਜ ਦਾ? ਕੱਢ ਸਕਦਾ ਕੋਈ? ਨਹੀਂ ਨਾ, ਪਛਾਣ ਨਹੀਂ ਰਹਿਣੀ। ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ, ਨਦੀਆਂ ਨਾਲੇ ਵਾਹੜੇ ਜਦੋਂ ਦਰਿਆ ਵਿੱਚ ਸਮੁੰਦਰ ਵਿੱਚ ਜਾ ਕੇ ਪੈ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਵੱਖਰਿਆ ਨਹੀਂ ਸਮਝਿਆ ਜਾ ਸਕਦਾ, ਫਿਰ ਉਹਦਾ ਹੀ ਰੂਪ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਵੇਂ ਪਾਣੀ ਵਿੱਚ ਆਣ ਕੇ ਪਾਣੀ ਮਿਲ ਜਾਂਦਾ ਹੈ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਵੇਂ ਜੋ ਸਤਸੰਗ ਦੇ ਅੰਦਰ ਟਿਕਿਆ ਹੋਇਆ ਬੰਦਾ ਨਾ, ਕਬੂ ਸਾਧ ਸੰਗਤ ਤੇ ਪਾਵੇ, ਗੁਰੂ ਦੀ ਹਜ਼ੂਰੀ ਦੇ ਵਿੱਚ ਜੋ ਟਿਕਿਆ ਹੋਇਆ ਬੰਦਾ ਹੈ, ਜਿਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਜੋ ਰੱਬ ਦੇ ਗੁਣਾਂ ਦਾ ਧਾਰਨੀ ਹੈ, ਉਹਦੀ ਜੋਤ ਰੱਬ ਦੀ ਜੋਤ ਵਿੱਚ ਮਿਲ ਜਾਂਦੀ। ਹੁਣ ਇਹ ਜੋਤ ਨੂੰ ਸਮਝ ਲੈਣਾ। ਜੋਤ ਕੋਈ ਇਹੋ ਜਿਹੀ ਬੱਤੀ ਨਹੀਂ ਕਿ ਜਿਹੜੀ ਅੰਦਰ ਜਾਗਦੀ ਹੁੰਦੀ ਤੇ ਉਹ ਵਿੱਚੋਂ ਨਿਕਲ ਕੇ ਦੂਜੇ ਪਾਸੇ ਜਾ ਰਲਦੀ ਹੈ। ਇੱਥੇ ਜੋਤ ਦਾ ਮਤਲਬ ਹੈ ਸੋਚ। ਉਹਦੀ ਸੋਚ ਰੱਬ ਦੀ ਸੋਚ ਵਿੱਚ ਮਿਲ ਜਾਂਦੀ, ਉਹਦੀ ਸੋਚ ਤੇ ਰੱਬ ਦੀ ਸੋਚ ਇੱਕ ਹੋ ਜਾਂਦੀ, ਉਹਦੀ ਸੋਚ ਰੱਬ ਵਰਗੀ ਹੋ ਜਾਏਗੀ। ਤਾਂ ਸਮਝ ਲਓ ਰੱਬ ਦੇ ਵਿੱਚ ਮਿਲ ਗਿਆ। ਹੁਣ ਜਿਹੜਾ ਰੱਬ ਦੇ ਵਿੱਚ ਮਿਲਿਆ ਹੋਏਗਾ ਉਹਦੀ ਸੋਚ ਰੱਬ ਵਰਗੀ ਹੋ ਜਾਏਗੀ। ਇਹ ਨਹੀਂ ਹੈ ਕਿ ਰੱਬ ਸਾਨੂੰ, ਹੁਣ ਅਸੀਂ ਧਿਆਨ ਲਾਵਾਂਗੇ ਤੇ ਰੱਬ ਸਾਡੇ ਸਾਹਮਣੇ ਪ੍ਰਗਟ ਹੋਏਗਾ ਕਿਸੇ ਸਰੀਰ ਦੇ ਰੂਪ ਵਿੱਚ। ਜਿਵੇਂ ਆਮ ਲੋਕ ਕਹਿੰਦੇ ਨੇ ਫਲਾਂ ਥਾਂ ਤੇ ਜੀ ਇੱਕ ਫਲਾਂ ਬਾਬਾ ਬੈਠਾ ਸੀ ਤੇ ਉਹ ਪਾਠ ਕਰ ਰਿਹਾ ਸੀ ਜਾਂ ਉਹ ਨਾਮ ਜਪਦਾ ਸੀ ਤੇ ਬਿਜਲੀ ਚਲੀ ਗਈ ਤੇ ਲੇਕਿਨ ਕਮਰਾ ਚਾਨਣੇ ਦੇ ਨਾਲ ਭਰਿਆ ਹੋਇਆ ਸੀ। ਤਾਂ ਇਹ ਸਾਰੀਆਂ ਕਾਫੀ ਕੁਛ ਜਿਹੜਾ ਹੈ ਨਾ, ਐਵੇਂ ਹੀ ਲੋਕ ਕਹੀ ਜਾਂਦੇ ਨੇ ਤੇ ਅਸੀਂ ਮੰਨੀ ਜਾਂਦੇ ਹਾਂ। ਰੱਬ ਕੋਈ ਇਹੋ ਜਿਹਾ ਚਾਨਣਾ ਨਹੀਂ ਹੈ ਕਿ ਜਿਹੜਾ ਇੱਕ ਦੇ ਕਮਰੇ ਵਿੱਚ ਹੋ ਜਾਏ ਤੇ ਦੂਜੇ ਦੇ ਕਮਰੇ ਵਿੱਚ ਨਾ ਹੋਵੇ। ਭੌਤਿਕ ਚਾਨਣਾ, ਲਾਟੂਆਂ ਵਾਲਾ ਚਾਨਣਾ, ਇਹੋ ਜਿਹਾ ਚਾਨਣਾ ਨਹੀਂ। ਤਾਂ ਜੋਤੀ ਦਾ ਮਤਲਬ ਸੋਚ, ਮੈਂਟੈਲਿਟੀ। ਰੱਬ ਦੀ ਸੋਚ ਵਿੱਚ, ਬ੍ਰਹਿਮੰਡ ਦੀ ਸੋਚ ਵਿੱਚ ਉਹਦੀ ਸੋਚ ਵਿਸ਼ਾਲ ਹੋ ਜਾਏਗੀ। ਉਹਦੇ ਗੁਣ, ਉਹਦੇ ਬੋਲ, ਉਹਦਾ ਸੋਚਣਾ ਰੱਬ ਵਰਗਾ ਹੋ ਜਾਏਗਾ। ਕਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ। ਗਵਨ ਦਾ ਮਤਲਬ ਭਟਕਣਾ, ਉਹਦੀ ਭਟਕਣਾ ਮਿਟ ਜਾਂਦੀ ਹੈ। ਪਾਏ ਵਿਸਰਾਮ, ਉਹ ਵਿਸ਼ਰਾਮ, ਉਹਨੂੰ ਟਿਕਾਵ ਮਿਲ ਜਾਂਦਾ। ਹੁਣ ਸਾਡਾ ਮਨ ਭਟਕਦਾ ਨਾ, ਕਦੇ ਕਾਮ ਵਿੱਚ, ਕਦੇ ਕ੍ਰੋਧ ਵਿੱਚ, ਕਦੇ ਲੋਭ ਮੋਹ ਹੰਕਾਰ ਵਿੱਚ। ਸਾਨੂੰ ਥੋੜੀ ਜਿਹੀ ਗੱਲ ਕੋਈ ਕਹਿ ਦੇਵੇ ਤੇ ਅਸੀਂ ਭਟਕ ਜਾਂਦੇ ਹਾਂ, ਕ੍ਰੋਧ ਵਿੱਚ ਆ ਜਾਂਦੇ ਹਾਂ। ਬਿਨਾਂ ਸ਼ੱਕ ਤੋਂ ਅਸੀਂ ਕੋਈ ਗੁਰਬਾਣੀ ਦੀ ਹੀ ਵਿਚਾਰ ਕਰ ਰਹੇ ਹੋਈਏ, ਆਮ ਮੈਂ ਗੱਲ ਕਰ ਰਿਹਾ, ਅਸੀਂ ਗੁਰਬਾਣੀ ਦੀ ਹੀ ਵਿਚਾਰ ਕਰ ਰਹੇ ਹੋਈਏ ਤੇ ਸਾਡੇ ਆਪਸੀ ਵਿਚਾਰ ਨਾ ਮਿਲਦੇ ਹੋਣ। ਹੁੰਦਾ ਹੈ ਨਾ, ਵਿਚਾਰ ਕੋਈ ਕਿਸੇ ਐਂਗਲ ਤੋਂ ਵੇਖ ਰਿਹਾ ਹੈ, ਕੋਈ ਕਿਸੇ ਐਂਗਲ ਤੋਂ ਵੇਖ ਰਿਹਾ ਹੈ, ਮਨੌਤ ਹੈ ਆਪਣੀ ਆਪਣੀ, ਕੋਈ ਕਿਸ ਤਰ੍ਹਾਂ ਮੰਨ ਰਿਹਾ ਹੈ, ਕੋਈ ਕਿਸ ਤਰ੍ਹਾਂ ਮੰਨ ਰਿਹਾ ਹੈ, ਮਨੌਤ ਨਹੀਂ ਰਲਦੀ, ਸਾਡੇ ਵਿਚਾਰ ਨਹੀਂ ਰਲਦੇ। ਤੇ ਜੇ ਸਾਡੇ ਵਿਚਾਰਾਂ ਦੇ ਨਾਲ ਨਾ ਰਲਦਾ ਵਿਚਾਰ ਹੋਵੇ ਤੇ ਅਸੀਂ ਬਾਣੀ ਦੀ ਵਿਚਾਰ ਕਰਦੇ ਵੀ ਲੜ ਪੈਂਦੇ ਹਾਂ, ਉੱਚੀ ਉੱਚੀ ਬੋਲਣ ਲੱਗ ਜਾਂਦੇ ਹਾਂ, ਇੱਕ ਦੂਜੇ ਦੇ ਖਿਲਾਫ ਘੰਟਿਆਂ ਬੱਧੀ ਅਸੀਂ ਬੋਲ ਸਕਦੇ ਹਾਂ, ਕਿਉਂਕਿ ਟਿਕਾਵ ਨਹੀਂ ਹੈ ਨਾ, ਭਟਕਣਾ ਮਿੱਟੀ ਨਹੀਂ ਹੈ। ਅਸੀਂ ਨਿੱਕੀ ਜਿਹੀ ਗੱਲ ਤੋਂ ਹੀ ਭੜਕ ਜਾਂਦੇ ਹਾਂ, ਘਰ ਪਰਿਵਾਰ ਦੇ ਵਿੱਚ ਅਸੀਂ ਭੜਕ ਜਾਂਦੇ ਹਾਂ। ਔਰ ਕਿੰਨਾ ਕੁਛ ਬੰਦਾ ਹੈ ਕਿ ਉਹਦਾ ਦਿਮਾਗ ਜਿਹੜਾ ਹੈ ਕਦੇ ਕ੍ਰੋਧ ਵਿੱਚ, ਕਦੇ ਮੋਹ ਵਿੱਚ ਖਚਤ ਹੁੰਦਾ ਹੈ। ਲੇਕਿਨ ਜਿਹੜੇ ਰੱਬ ਦੇ ਨਾਲ ਮਿਲ ਜਾਂਦੇ ਨੇ ਫਿਰ ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਇਹ ਭਟਕਣਾ ਵਿਕਾਰਾਂ ਵਾਲੀ ਨਹੀਂ ਰਹਿੰਦੀ, ਉਹਨਾਂ ਦਾ ਮਨ ਗੁਣਾਂ ਦੇ ਵਿੱਚ ਟਿਕ ਜਾਂਦਾ, ਉਹਨਾਂ ਦਾ ਮਨ ਸਚਿਆਰਤਾ ਦੇ ਵਿੱਚ ਟਿਕ ਜਾਂਦਾ ਹੈ। ਉਹ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋ ਜਾਂਦੇ ਨੇ, ਕਿਉਂਕਿ ਮਨ ਟਿਕ ਗਿਆ ਸੱਚ ਦੇ ਅੰਦਰ। ਸਚਿਆਰ ਹੋਣਾ ਉਹਨਾਂ ਦੀ ਜ਼ਿੰਦਗੀ ਦਾ ਗੋਲ ਸੀ, ਤਾਂ ਉਹ ਆਪਣੇ ਗੋਲ ਦੇ ਉੱਤੇ ਟਿਕ ਜਾਂਦੇ ਨੇ ਕਿ ਮੈਂ ਸਚਿਆਰ ਬਣਨਾ, ਸਚਿਆਰਤਾ ਵਾਲੀ ਜ਼ਿੰਦਗੀ ਜੀਣੀ ਹੈ। ਫਿਰ ਉਹਨਾਂ ਦਾ ਮਨ ਜਿਹੜਾ ਭਟਕਣ ਤੋਂ ਹਟ ਜਾਂਦਾ ਹੈ, ਉਹਨਾਂ ਨੂੰ ਟਿਕਾਵ ਮਿਲ ਜਾਂਦਾ ਹੈ। ਨਾਨਕ ਪ੍ਰਭ ਕੈ ਸਦ ਕੁਰਬਾਨ,
ਨਾਨਕ ਇੱਥੇ ਥੋੜਾ ਜਿਹਾ ਰੁਕਣਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਸਦਾ ਹੀ ਪ੍ਰਭੂ ਤੋਂ ਕੁਰਬਾਨ ਹੋਣਾ ਚਾਹੀਦਾ। ਬਲਿਹਾਰ ਵਾਰ ਨੇ ਸਦਕੇ ਕੁਰਬਾਨ ਹੋਣ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਸਾਨੂੰ ਆਪਣਾ ਆਪਾ ਛੱਡ ਦੇਣਾ ਚਾਹੀਦਾ ਹੈ। ਆਪਣੀ ਇਨਫੀਰੀਓਰਿਟੀ ਕੰਪਲੈਕਸ, ਸੁਪਰੀਓਰਿਟੀ ਕੰਪਲੈਕਸ, ਇਹਨਾਂ ਚੋਂ ਬਾਹਰ ਆ ਜਾਣਾ ਚਾਹੀਦਾ ਹੈ। ਸਾਨੂੰ ਆਪਣੀ ਈਗੋ, ਆਪਣਾ ਹੰਕਾਰ, ਆਪਣੇ ਮਨ ਦੀ ਭੈੜੀ ਮੱਤ ਛੱਡ ਕੇ ਗੁਰੂ ਦੀ ਚੰਗੀ ਮੱਤ ਅਪਣਾ ਲੈਣੀ ਚਾਹੀਦੀ ਹੈ। ਸਿਸਟਮ ਨੂੰ ਤੋੜਨ ਦੀ ਬਜਾਏ ਸਿਸਟਮ ਦੇ ਵਿੱਚ ਰਹਿਣਾ ਸਿੱਖ ਲੈਣਾ ਚਾਹੀਦਾ ਹੈ। ਹੁਣ ਦੇਖੋ, ਅਸੀਂ 2 ਮਿੰਟ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਨਾ, ਜਿਵੇਂ ਮਾਸਕ ਦੀ ਗੱਲ ਹੀ ਕਰ ਰਹੇ ਹਾਂ, ਤਾਂ ਜਿਵੇਂ ਹੁਣ ਸਿਸਟਮ ਹੈ ਕਿ ਮਾਸਕ ਪਾ ਕੇ ਜਾਣਾ ਹੈ, ਤਾਂ ਬਹੁਤੇ ਲੋਕ ਨਹੀਂ ਨਾ ਪਾ ਰਹੇ, ਤੇ ਉਹ ਸਮਝ ਰਹੇ ਨੇ ਕਿ ਅਸੀਂ ਧੋਖਾ ਦੇ ਰਹੇ ਹਾਂ। ਹੁਣ ਧੋਖਾ ਕਿਹਨੂੰ ਦੇ ਰਹੇ ਹੋ? ਸਾਨੂੰ ਚਾਹੀਦਾ ਨਾ ਕਿ ਜੇ ਅਸੀਂ ਠੀਕ ਵੀ ਹਾਂ ਤਾਂ ਦੂਜਿਆਂ ਦੇ ਭਲੇ ਵਾਸਤੇ ਸਾਨੂੰ ਪਾ ਲੈਣਾ ਚਾਹੀਦਾ। ਜੇ ਅਸੀਂ ਟ੍ਰੈਫਿਕ ਵਿੱਚ ਆ ਤਾਂ ਸਾਨੂੰ ਟ੍ਰੈਫਿਕ ਦੇ ਰੂਲ ਫੋਲੋ ਕਰਨੇ ਚਾਹੀਦੇ ਨੇ। ਜੇ ਅਸੀਂ ਆਪ ਮਰਨਾ ਵੀ ਚਾਹੁੰਦੇ ਆ ਤਾਂ ਸਾਨੂੰ ਦੂਜਿਆਂ ਦਾ ਖਿਆਲ ਰੱਖਣਾ ਚਾਹੀਦਾ। ਯਾਰ ਮੇਰੇ ਗਲਤ ਕਰਨ ਦੇ ਨਾਲ ਮਤਲਬ ਹੋਰਾਂ ਦਾ ਨੁਕਸਾਨ ਹੋਏਗਾ, ਇੰਨਾ ਹੀ ਬੰਦਾ ਖਿਆਲ ਰੱਖ ਲਏ ਤਾਂ ਸਾਨੂੰ ਰੱਖਣਾ ਚਾਹੀਦਾ ਨਾ ਖਿਆਲ। ਨਾਨਕ ਪ੍ਰਭ ਕੇ ਸਦ ਕੁਰਬਾਨ ਦਾ ਮਤਲਬ ਸਾਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ, ਰੱਬ ਅੱਗੇ ਆਤਮ ਸਮਰਪਣ ਕਰਨਾ ਚਾਹੀਦਾ ਹੈ। ਸਾਨੂੰ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਜਦੋਂ ਜੀਣੀ ਹੀ ਹੈ ਤੇ ਪ੍ਰੇਮ ਨਾਲ ਜੀ ਲਓ। ਜਦੋਂ ਬੋਲਣਾ ਹੀ ਹੈ ਤੇ ਸੱਚ ਬੋਲ ਲਓ। ਜਦੋਂ ਜ਼ਿੰਦਗੀ ਜੀਣੀ ਹੈ ਤੇ ਮੁਸਕਰਾ ਕੇ ਜੀ ਲਓ, ਹੱਸ ਕੇ ਜੀ ਲਓ, ਹੱਸ ਕੇ ਜੀ ਲਓ, ਪਿਆਰ ਦੇ ਨਾਲ ਜੀ ਲਓ। ਕੱਲ ਮੇਰੇ ਖਿਆਲ ਚ ਸ਼ਾਇਦ ਮੈਂ ਕੱਲ ਤੁਹਾਨੂੰ ਗੱਲ ਸੁਣਾਈ ਸੀ, ਇੱਕ ਅੰਗਰੇਜ਼ ਔਰਤ ਹੈ, ਬੜੀ ਅਮੀਰ, ਤੇ ਉਹਨੇ ਆਪਣੇ ਮਰਨ ਤੋਂ ਪਹਿਲਾਂ ਇੱਕ ਲੈਟਰ ਲਿਖਿਆ ਹੈ। ਉਹਨੂੰ ਕੈਂਸਰ ਹੋ ਗਿਆ ਸੀ ਤੇ ਉਹਨੇ ਇੱਕ ਲੈਟਰ ਲਿਖਿਆ ਬਹੁਤ ਵਧੀਆ। ਉਹਨੂੰ ਕੈਂਸਰ ਹੋ ਗਿਆ, ਉਹਦੇ ਸਿਰ ਦੇ ਸਾਰੇ ਵਾਲ ਵਗੈਰਾ ਉੱਡ ਗਏ ਨੇ। ਉਹਦੇ ਕੋਲ ਆਪਣਾ ਹਵਾਈ ਜਹਾਜ਼ ਵੀ ਹੈ, ਤੇ ਜਿਹਦੇ ਕੋਲ ਆਪਣਾ ਹਵਾਈ ਜਹਾਜ਼ ਹੈ ਬਾਕੀ ਉਹਦੇ ਕੋਲ ਕਿੰਨਾ ਕੁਛ ਹੋਏਗਾ ਤਾਂ ਅਸੀਂ ਸਮਝ ਸਕਦੇ ਹਾਂ। ਤਾਂ ਉਹਨੇ ਆਪਣੇ ਲੈਟਰ ਦੇ ਵਿੱਚ ਲਿਖਿਆ ਹੈ ਕਿ ਮੈਂ ਬਹੁਤ ਚੰਗੀ ਇੱਕ ਗਾਇਕ ਹਾਂ, ਲੇਕਿਨ ਅੱਜ ਮੈਂ ਚੰਦ ਸ਼ਬਦ ਬੋਲ ਸਕਦੀ ਹਾਂ। ਮੇਰੇ ਕੋਲ ਆਪਣਾ ਹਵਾਈ ਜਹਾਜ਼ ਹੈ, ਮੈਂ ਦੁਨੀਆ ਵਿੱਚ ਜਿੱਥੇ ਮਰਜ਼ੀ ਜਾ ਸਕਦੀ ਸੀ, ਜਾਂਦੀ ਸੀ, ਲੇਕਿਨ ਅੱਜ ਮੈਂ ਸਿਰਫ ਵੀਲ ਚੇਅਰ ਦੇ ਉੱਤੇ ਹਸਪਤਾਲ ਦੇ ਕਮਰੇ ਦੇ ਅੰਦਰ ਜਾਂ ਬਾਹਰ ਟੈਸਟ ਕਰਾਉਣ ਵਾਸਤੇ ਜਾ ਸਕਦੀ। ਕਹਿੰਦੀ ਮੇਰੇ ਕੋਲ ਪੈਸਾ ਸੀ, ਮੈਂ ਬਹੁਤ ਵੱਡੇ ਵੱਡੇ 5 ਸਟਾਰ ਹੋਟਲਾਂ ਦੇ ਵਿੱਚ ਜਾਂਦੀ ਸੀ ਔਰ ਜਾ ਸਕਦੀ ਸੀ, ਮੈਂ ਬਹੁਤ ਕੁਝ ਖਾ ਸਕਦੀ ਸੀ, ਮੇਰੇ ਕੋਲ ਖਾਣ ਵਾਸਤੇ ਪੈਸਾ ਪਦਾਰਥ ਭਰੇ ਪਏ ਨੇ, ਲੇਕਿਨ ਅੱਜ ਮੇਰੀ ਖੁਰਾਕ ਸਿਰਫ ਕੁਝ ਗੋਲੀਆਂ ਤੇ ਕੁਝ ਦਵਾਈਆਂ ਹੀ ਰਹਿ ਗਈਆਂ। ਮੈਂ ਪੂਰੀ ਦੁਨੀਆ ਦਾ ਚੱਕਰ ਲਾਇਆ ਸੀ, ਬਹੁਤ ਇੱਧਰ ਉੱਧਰ ਮੈਂ ਘੁੰਮੀ ਫਿਰੀ ਸਾਂ, ਲੋਕ ਮੈਨੂੰ ਲਾਈਕ ਕਰਦੇ ਸਨ, ਮੈਂ ਲੋਕਾਂ ਨੂੰ ਪਸੰਦ ਕਰਦੀ ਸਾਂ, ਲੇਕਿਨ ਅੱਜ ਮੇਰੇ ਕੋਲ ਕੁਝ ਮੇਰੇ ਫਰੈਂਡਸ ਨੇ, ਕੁਝ ਮੇਰੇ ਰਿਸ਼ਤੇਦਾਰ ਨੇ। ਤਾਂ ਦੇਖੋ ਅਖੀਰ ਦੇ ਵਿੱਚ ਐਸਾ ਕੁਝ ਹੋ ਜਾਂਦਾ ਨਾ, ਤਾਂ ਅੱਜ ਮੇਰੇ ਕੋਲ ਕੌਣ ਨੇ ਜੋ ਗੱਲ ਕਹਿਣਾ ਚਾਹੁੰਦੀ? ਮੇਰੇ ਕੁਝ ਫਰੈਂਡਸ ਔਰ ਮੇਰੇ ਰਿਸ਼ਤੇਦਾਰ ਨੇੜਲੇ। ਅੱਜ ਮੈਂ ਕੇਵਲ ਉਹਨਾਂ ਦੀਆਂ ਸ਼ਕਲਾਂ ਦੇਖ ਸਕਦੀ ਹਾਂ। ਮੈਂ ਪੂਰੀ ਦੁਨੀਆ ਨੂੰ ਦੇਖ ਸਕਦੀ ਸੀ, ਫਿਰ ਸਕਦੀ ਸੀ, ਪਰ ਅੱਜ ਮੈਨੂੰ ਕੁਝ ਚੰਦ ਕੁ ਜਿਹੜੀਆਂ ਨੇ ਸ਼ਕਲਾਂ ਦਿਸ ਰਹੀਆਂ ਨੇ। ਤਾਂ ਦੇਖੋ ਅਖੀਰ ਵਿੱਚ ਕੰਮ ਆਪਣਿਆਂ ਨੇ ਆਉਣਾ ਹੁੰਦਾ ਨਾ, ਕਿ ਆਪਣਿਆਂ ਦੇ ਨਾਲ ਬਣਾ ਕੇ ਰੱਖੋ, ਆਪਣਿਆਂ ਦੇ ਨਾਲ ਪਿਆਰ ਦੇ ਨਾਲ ਰਹੋ। ਜਿਨ੍ਹਾਂ ਨੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਸਾਂਝੇ ਹੋਣਾ ਹੈ, ਉਹਨਾਂ ਦੇ ਨਾਲ ਪਿਆਰ ਪਾਓ, ਇੱਕ ਦੂਜੇ ਦੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਾਮਲ ਹੋਵੋ। ਐਵੇਂ ਫੂ ਫੂ ਨਾ ਕਰਦੇ ਫਿਰੋ। ਖਾਣ ਵਾਸਤੇ ਬੜੇ ਪਦਾਰਥ ਨੇ, ਇਹਦਾ ਮਤਲਬ ਇਹ ਨਹੀਂ ਕਿ ਖਾਓ ਪੀਓ ਨਾ, ਲੇਕਿਨ ਹੰਕਾਰ ਦੇ ਵਿੱਚ ਫੂ ਫੂ ਨਾ ਕਰਦੇ ਫਿਰੋ। ਹੋ ਸਕਦਾ ਹੈ ਟਾਈਮ ਆ ਜਾਏ ਵੀ ਕੁਛ ਗੋਲੀਆਂ ਤੇ ਰਹਿਣਾ ਪਵੇ। ਐਵੇਂ ਆਕੜ ਆਕੜ ਕੇ ਆਪਣੇ ਰਿਸ਼ਤੇ ਨਾਤੇ ਨਾ ਗਵਾਓ। ਆਪਣੀ ਇਨਫੀਰੀਓਰਿਟੀ ਕੰਪਲੈਕਸ ਜਾਂ ਸੁਪਰੀਓਰਿਟੀ ਕੰਪਲੈਕਸ ਕਰਕੇ ਆਪਣੇ ਰਿਸ਼ਤੇ ਨਾਤੇ ਨਾ ਖਤਮ ਕਰੋ। ਮਾਪਿਆਂ ਤੋਂ ਦੂਰ, ਬੱਚਿਆਂ ਤੋਂ ਦੂਰ, ਭੈਣਾਂ ਭਰਾਵਾਂ ਤੋਂ ਦੂਰ ਨਾ ਜਾਓ ਵਿਕਾਰਾਂ ਕਰਕੇ। ਆਖਿਰ ਇਹਨਾਂ ਨੇ ਤੇ ਸਾਥ ਦੇਣਾ, ਇਹਨਾਂ ਦੇ ਵਿੱਚ ਤੇ ਖੁਸ਼ ਰਹਿਣਾ ਹੈ। ਅਸੀਂ ਇੱਕ ਦੂਜੇ ਨਾਲ ਹੀ ਤੇ ਖੁਸ਼ ਰਹਿ ਸਕਦੇ ਹਾਂ, ਕਿਉਂ ਭੈਣੋ ਵੀਰੋ? ਰਹਿ ਸਕਦੇ ਹਾਂ ਨਾ। ਤੇ ਫਿਰ ਖੁਸ਼ ਰਹੋ। ਕਿੰਨੀ ਸਿੰਪਲ ਜ਼ਿੰਦਗੀ। ਨਾਨਕ ਪ੍ਰਭ ਕੇ ਸਦ ਕੁਰਬਾਨ, ਪ੍ਰਭੂ ਤੋਂ ਕੁਰਬਾਨ ਜਾਓ। ਤੇ ਪ੍ਰਭੂ ਕਿੱਥੇ ਹੈ? ਘਟ ਘਟ ਮੈਂ ਹਰ ਜੂ ਵਸੈ, ਜੋ ਦੀਸੈ ਸੋ ਤੇਰਾ ਰੂਪ। ਤੇ ਇੱਕ ਦੂਜੇ ਤੋਂ ਕੁਰਬਾਨ ਹੋ, ਇੱਕ ਦੂਜੇ ਤੇ ਸਮਰਪਣ ਕਰੋ। ਅਸੀਂ ਇੱਕ ਦਿਨ ਨਾ ਘਰ ਗੱਲ ਕਰ ਰਹੇ ਸਾਂ, ਤੇ ਗੱਲ ਕਰਦਿਆਂ ਗੱਲ ਹੋਈ ਕਿ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਕਿਵੇਂ ਰਹਿ ਸਕਦੀ ਹੈ। ਗੱਲ ਚੱਲ ਰਹੀ ਸੀ ਕਿ ਸਾਨੂੰ ਕੰਪਰੋਮਾਈਜ਼ ਕਰਨਾ ਚਾਹੀਦਾ।
ਕੰਪਰੋਮਾਈਜ਼ ਕਰਨ ਤੋਂ ਬਿਨਾ ਫਰੈਂਡਸ਼ਿਪ ਜਾਂ ਪਰਿਵਾਰ ਜਾਂ ਇਹ ਕੁਛ ਨਾ ਚੱਲਦਾ ਨਹੀਂ। ਕੰਪਰੋਮਾਈਜ਼ ਕਰਨਾ ਚਾਹੀਦਾ ਹੈ, ਔਰ ਕਰਨਾ ਵੀ ਚਾਹੀਦਾ। ਸਹਿਮਤ ਤੋਂ ਸਾਰੇ ਇਸ ਚੀਜ਼ ਨਾਲ? ਸਿਰ ਹਿਲਾ ਕੇ ਦੱਸ। ਕੰਪਰੋਮਾਈਜ਼ ਨਾਲ ਚੱਲ ਸਕਦਾ, ਪਰ ਮੇਰੀ ਇਹ ਵਿਚਾਰ ਸੀ ਕਿ ਕੰਪਰੋਮਾਈਜ਼ ਨਾਲ ਨਹੀਂ ਚੱਲਦੇ ਪਰਿਵਾਰ। ਕੰਪਰੋਮਾਈਜ਼ ਟੁੱਟ ਜਾਂਦੇ ਨੇ, ਦੇਸ਼ਾਂ ਦੇ ਕੰਪਰੋਮਾਈਜ਼ ਟੁੱਟ ਜਾਂਦੇ ਨੇ, ਲੋਕ ਸੌਦੇ ਕਰਕੇ ਤੋੜ ਦਿੰਦੇ ਨੇ, ਰਿਸ਼ਤੇ ਕਰਕੇ ਕੰਪਰੋਮਾਈਜ਼ ਹੀ ਕਰੀਦਾ, ਟੁੱਟ ਜਾਂਦੇ ਨੇ। ਕੰਪਰੋਮਾਈਜ਼ ਦਾ ਮਤਲਬ ਹੈ ਕਿ ਮੈਂ ਉਸ ਚੀਜ਼ ਨੂੰ ਪਸੰਦ ਨਹੀਂ ਕਰਦਾ, ਪਰ ਸਮਾਂ ਪਾਸ ਕਰਨ ਵਾਸਤੇ ਚਲੋ ਕੋਈ ਨਾ, ਮੈਂ ਮੰਨ ਲੈਂਦਾ ਵਾ, ਪਰ ਅੰਦਰੋਂ ਮੈਂ ਨਹੀਂ ਮੰਨ ਰਿਹਾ। ਤਾਂ ਜਿਹੜੇ ਅੰਦਰ ਬੀਜ ਹੈ ਉਹ ਕਦੇ ਵੀ ਰੁੱਖ ਬਣ ਜਾਏਗਾ, ਕੰਪਰੋਮਾਈਜ਼ ਟੁੱਟ ਜਾਏਗਾ। ਇਸ ਲਈ ਪਰਿਵਾਰ ਕੰਪਰੋਮਾਈਜ਼ ਨਾਲ ਨਹੀਂ ਚੱਲਦੇ, ਪਰਿਵਾਰ ਸਰੈਂਡਰ ਹੋਣ ਨਾਲ ਚੱਲਦੇ ਨੇ, ਸਮਰਪਣ ਨਾਲ ਚੱਲਦੇ। ਸਮਰਪਣ ਕਰੋ ਇੱਕ ਦੂਜੇ ਦੀ, ਇੱਕ ਦੂਜੇ ਦੀਆਂ ਭਾਵਨਾ ਚੰਗੀਆਂ ਅੱਗੇ ਸਮਰਪਣ ਕਰੋ। ਸਮਰਪਣ ਨੂੰ ਕੌਣ ਤੋੜ ਲਵੇਗਾ? ਹੁਣ ਜਿਹੜਾ ਸਰੈਂਡਰ ਹੀ ਹੋ ਗਿਆ, ਜਿਹਨੇ ਹੱਥ ਹੀ ਖੜੇ ਕਰਤੇ ਤੁਹਾਡੇ ਅੱਗੇ, ਹੁਣ ਟੁੱਟਣ ਵਾਲੀ ਸ਼ੈ ਬਾਕੀ ਕਿਹੜੀ ਰਹੀ? ਜਦੋਂ ਅਸੀਂ ਇੱਕ ਦੂਜੇ ਉੱਤੇ ਸਰੈਂਡਰ ਕਰ ਲਈਏ, ਯਾਨੀ ਸਮਰਪਣ ਕਰੀਏ ਪਿਆਰ ਦੇ ਨਾਲ, ਸੁੱਖ ਦੁੱਖ ਦੇ ਵਿੱਚ, ਤਾਂ ਫਿਰ ਟੁੱਟਣ ਵਾਲੀ ਸ਼ੈ ਕਿਹੜੀ? ਇਹਨੂੰ ਕਹਿੰਦੇ ਨੇ ਨਾਨਕ ਪ੍ਰਭ ਕੈ ਸਦ ਕੁਰਬਾਨ। ਪ੍ਰਭੂ ਅੱਗੇ ਸਰੈਂਡਰ ਹੋ ਜਾਓ, ਰੱਬੀ ਰਜ਼ਾ ਦੇ ਵਿੱਚ ਤੁਰੋ, ਜੀਵਨ ਸਫਲ ਹੋ ਜਾਏਗਾ। ਤੇ ਰੱਬ ਕਿੱਥੇ ਹੈ? ਸਾਰਿਆਂ ਦੇ ਵਿੱਚ ਹੈ ਨਾ, ਘੱਟ ਘੱਟ ਮੈਂ ਹਰ ਦੂ ਵਸੈ। ਤਾਂ ਫਿਰ ਜੇ ਅਸੀਂ ਇੱਕ ਦੂਜੇ ਤੋਂ ਕੁਰਬਾਨ ਹੋਈਏ, ਇੱਕ ਦੂਜੇ ਤੋਂ ਵਾਰ ਨੇ ਸਦਕੇ ਜਾਈਏ, ਪਰਿਵਾਰ ਵਿੱਚ ਨੂੰਹ ਸੱਸ ਤੋਂ, ਸੱਸ ਨੂੰਹ ਤੋਂ, ਬੱਚੇ ਮਾਪਿਆਂ ਤੋਂ, ਮਾਪੇ ਬੱਚਿਆਂ ਤੋਂ, ਪਤੀ ਪਤਨੀ ਤੋਂ, ਪਤਨੀ ਪਤੀ ਤੋਂ, ਇੱਕ ਦੂਜੇ ਤੋਂ ਵਾਰ ਨੇ ਸਦਕੇ ਜਾਣ, ਇੱਕ ਦੂਜੇ ਅੱਗੇ ਸਮਰਪਣ ਹੋਣ, ਤਾਂ ਕਿੰਨੀ ਸੋਹਣੀ ਜ਼ਿੰਦਗੀ ਹੋਵੇਗੀ। ਪਰ ਹੁਣ ਚੱਕਰ ਇਹ, ਲੋਕ ਜੇ ਕੋਈ ਸਮਰਪਣ ਕਰ ਵੀ ਦਵੇ, ਤਾਂ ਉਹ ਇੱਕ ਬੀਬੀ ਦੀ ਤੁਸੀਂ ਸੁਣੀ ਹੈ ਨਾ, ਪਿੱਛੇ ਉਹਨੇ ਤਲਾਕ ਵਾਸਤੇ ਕਾਗਜ਼ ਦਿੱਤੇ ਸੀ, ਖਬਰ ਵਾਇਰਲ ਹੋਈ ਕਾਫੀ, ਕਿ ਉਹ ਬੀਬੀ ਨੇ ਤਲਾਕ ਵਾਸਤੇ ਕਾਗਜ਼ ਦਿੱਤੇ ਨੇ, ਤਲਾਕ ਮੈਨੂੰ ਚਾਹੀਦੀ। ਜੱਜ ਕਹਿੰਦਾ ਵੀ ਕਿਉਂ? ਕਹਿਣ ਲੱਗੀ ਵੀ ਮੇਰਾ ਪਤੀ ਮੇਰੇ ਨਾਲ ਲੜਦਾ ਹੀ ਨਹੀਂ, ਇਹ ਮੇਰੇ ਨਾਲ ਆਰਗੂਮੈਂਟ ਨਹੀਂ ਕਰਦਾ, ਮੈਂ ਸਵੇਰੇ ਕਹਿੰਦੀ ਆ ਮੈਨੂੰ ਬੈਠਕੀ ਚਾਹੀਦੀ, ਮੈਨੂੰ ਸਵੇਰੇ ਬੈਠਕੀ ਬਣਾ ਕੇ ਦੇ ਦਿੰਦਾ, ਦਫ਼ਤਰ ਵਗੈਰਾ ਦੇ ਵਿੱਚ ਬਿਲਕੁਲ ਟਾਈਮ ਨਾਲ, ਬਿਲਕੁਲ ਟਾਈਮ ਦਾ ਪਾਬੰਦ ਹੈ, ਕਦੀ ਇਹ ਲੇਟ ਨਹੀਂ ਹੋਇਆ, ਸਾਰੀ ਦੀ ਸਾਰੀ ਤਨਖਾਹ ਲਿਆ ਕੇ ਮੈਨੂੰ ਫੜਾ ਦਿੰਦਾ, ਮੇਰੇ ਤੋਂ ਪੈਸੇ ਲੈਂਦਾ ਜਦੋਂ ਇਹਨੂੰ ਜ਼ਰੂਰਤ ਹੋਵੇ। ਮੈਂ ਕਹਾਂ ਭਾਂਡੇ ਮਾਂਜੇ, ਭਾਂਡੇ ਮਾਂਜ ਦਿੰਦਾ, ਮੈਂ ਕਹਾਂ ਕੱਪੜੇ ਧੋਏ, ਕੱਪੜੇ ਧੋ ਦਿੰਦਾ। ਇਹਨੇ ਕਦੇ ਲੜਿਆ ਹੀ ਨਹੀਂ, ਇਸ ਕਰਕੇ ਮੇਰੀ ਜ਼ਿੰਦਗੀ ਬੋਰ ਹੈ, ਮੈਂ ਨਹੀਂ ਰਹਿਣਾ ਚਾਹੁੰਦੀ, ਮੈਨੂੰ ਤਲਾਕ ਚਾਹੀਦਾ। ਹੁਣ ਇਹੋ ਜਿਹੇ ਨੂੰ ਸੁਖੀ ਕਿਵੇਂ ਕਰ ਲਓਗੇ? ਤਾਂ ਗੁਰੂ ਜੀ ਕਹਿੰਦੇ ਨਾਨਕ ਪ੍ਰਭ ਕੈ ਸਦ ਕੁਰਬਾਨ, ਤੁਸੀਂ ਰਜ਼ਾ ਦੇ ਵਿੱਚ ਰਾਜੀ ਰਹੋ, ਰੱਬੀ ਗੁਨਾਹ ਤੋਂ ਕੁਰਬਾਨ ਜਾਓ, ਇੱਕ ਦੂਜੇ ਦੇ ਨਾਲ ਪਿਆਰ ਕਰੋ, ਰੱਬ ਦੀ ਰਜ਼ਾ ਦੇ ਅੰਦਰ ਤੁਰੋ, ਤਾਂ ਇਹ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੋ ਸਕਦੀ ਹੈ। ਇਸ ਲਈ ਕੰਪਰੋਮਾਈਜ਼ ਦੀ ਬਜਾਏ ਇੱਕ ਦੂਜੇ ਅੱਗੇ ਸਮਰਪਣ ਕਰੋ। ਤੇ ਸਮਰਪਣ ਤਾਂ ਹੋਏਗਾ ਜੇ ਅਸੀਂ ਸਮਰਪਣ ਗੁਰੂ ਅੱਗੇ ਕਰ ਦਈਏ, ਜੋ ਯੂਨੀਵਰਸਲ ਟਰੁੱਥ ਹੈ ਉਹਦੇ ਅੱਗੇ ਸਮਰਪਿਤ ਹੋ ਜਾਓ, ਰੱਬ ਤੋਂ ਕੁਰਬਾਨ ਹੋ ਜਾਓ। ਅਗਲਾ ਸ਼ਲੋਕ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਮਸਕੀਨੀਆਂ ਦਾ ਮਤਲਬ ਨਿਮਰਤਾ ਵਾਲਾ ਬੰਦਾ। ਕਈ ਅਰਥ ਕਰਨ ਵਾਲੇ ਵੀਰਾਂ ਨੇ ਇੱਥੇ ਕਹਾਣੀ ਜੋੜੀ ਹੋਈ ਹੈ ਕਿ ਮਸਕੀਨ ਇੱਕ ਪਹਿਲਵਾਨ ਦਾ ਨਾਮ ਸੀ, ਲੇਕਿਨ ਇਸ ਸ਼ਲੋਕ ਦਾ ਉਸ ਕਹਾਣੀ ਦੇ ਨਾਲ ਕੋਈ ਸੰਬੰਧ ਨਹੀਂ। ਹੋ ਸਕਦਾ ਕੋਈ ਮਸਕੀਨ ਪਹਿਲਵਾਨ ਹੋਵੇ ਜਾਂ ਨਾ ਹੋਵੇ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇੱਥੇ ਮਸਕੀਨ ਜਿਹੜਾ ਸ਼ਬਦ ਹੈ, ਇਹਦਾ ਮਤਲਬ ਹੈ ਗਰੀਬੀ ਸੁਭਾਅ ਵਾਲਾ, ਜਿਹਦੇ ਅੰਦਰ ਨਿਮਰਤਾ ਹੈ। ਇਹਦਾ ਕਿਸੇ ਪਹਿਲਵਾਨ ਦੇ ਨਾਲ ਸੰਬੰਧ ਨਹੀਂ ਹੈ, ਉਸ ਕਹਾਣੀ ਦੇ ਨਾਲ ਇਸ ਸ਼ਲੋਕ ਦਾ ਕੋਈ ਸੰਬੰਧ ਨਹੀਂ, ਇਹ ਧਿਆਨ ਰੱਖਣਾ ਹੈ। ਹੁਣ ਇੱਥੇ ਦੱਸ ਰਹੇ ਨੇ ਕਿ ਸੁੱਖ ਔਰ ਦੁੱਖ ਦੇ ਕਾਰਨ ਕੀ, ਸੁਖੀ ਕੌਣ ਹੈ ਔਰ ਦੁਖੀ ਕੌਣ ਹੈ। ਤੇ ਅਗਲੀ ਗੱਲ ਸਾਨੂੰ ਆਪ ਸਮਝ ਹੋ ਜਾਏਗੀ ਕਿ ਜੇ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਤਲੇ ਦਾ ਮਤਲਬ ਹੇਠਾਂ, ਨੀਵਾਂ ਹੋ ਕੇ, ਨਿਵਾਰ ਦਾ ਮਤਲਬ ਦੂਰ ਕਰਕੇ, ਆਪ ਦਾ ਮਤਲਬ ਆਪਾ ਭਾਵ ਹੋਮੇ ਆਪਣਤ, ਮਸਕੀਨੀਆਂ ਦਾ ਮਤਲਬ ਮਸਕੀਨ ਮਨੁੱਖ, ਗਰੀਬੀ ਸੁਭਾਅ ਵਾਲਾ, ਜਿਹਦੇ ਅੰਦਰ ਨਿਮਰਤਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗਰੀਬੀ ਸੁਭਾਅ ਵਾਲਾ ਬੰਦਾ, ਨਿਮਰਤਾ ਸੁਭਾਅ ਵਾਲਾ ਜਿਹੜਾ ਬੰਦਾ ਹੈ, ਉਹ ਆਪਾ ਦੂਰ ਰਹਿ ਕੇ, ਨੀਵਾਂ ਰਹਿ ਕੇ ਸੁਖੀ ਵਸਦਾ ਹੈ। ਆਪ ਨਿਵਾਰ ਤਲੇ, ਤਲੇ ਦਾ ਮਤਲਬ ਥੱਲੇ, ਆਪਣੇ ਆਪ ਨੂੰ ਨੀਵਾਂ ਸਮਝ ਕੇ ਯਾਨੀ ਨਿਮਰਤਾ ਦੇ ਵਿੱਚ ਰਹਿੰਦਾ ਹੈ। ਉਹ ਆਪਣੀ ਹੋਮੇ ਹੰਕਾਰ ਨੂੰ ਛੱਡ ਦਿੰਦਾ ਹੈ, ਉਹ ਸੁਖੀ ਹੈ। ਹੁਣ ਇਹ ਚੀਜ਼ ਨਾ ਥੋੜੀ ਜਿਹੀ ਸਮਝਣ ਵਾਲੀ ਹੈ। ਜਿਵੇਂ ਮੈਂ ਬਾਰ-ਬਾਰ ਰੋਜ਼ ਬੇਨਤੀ ਕਰ ਰਿਹਾ ਕਿ ਹੋਮੇ ਜਿਹੜੀ ਹੈ, ਅਸੀਂ ਉਹਦੀ ਇੰਟਰਪ੍ਰੀਟੇਸ਼ਨ ਪੂਰੀ ਤਰ੍ਹਾਂ ਠੀਕ ਨਹੀਂ ਕਰ ਪਾਏ, ਇਸ ਕਰਕੇ ਅਸੀਂ ਲਾਭ ਵੀ ਨਹੀਂ ਲੈ ਸਕੇ। ਹੋਮੇ ਦੇ ਦੇਖੋ ਦੋ ਰੂਪ ਨੇ ਵਿਗੜੇ ਹੋਏ, ਇੱਕ ਤੇ ਹੈ ਇਨਫੀਰੀਓਰਿਟੀ ਕੰਪਲੈਕਸ ਔਰ ਇੱਕ ਹੈ ਸੁਪੀਰੀਓਰਿਟੀ ਕੰਪਲੈਕਸ।
ਇਹ ਦੋਵੇਂ ਹੀ ਗਲਤ ਨੇ। ਜੇ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਵੀ ਹੋਏਗਾ ਤੇ ਸੁਖੀ ਨਹੀਂ ਵਸ ਪਾਓਗੇ। ਇਹਨਾਂ ਦੋਵਾਂ ਨੂੰ ਛੱਡਣਾ ਪੈਣਾ। ਹੁਣ ਦੇਖੋ, ਜਿਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਨੈਗੇਟਿਵਿਟੀ ਹੈ, ਉਸ ਬੰਦੇ ਨੂੰ ਤੁਸੀਂ ਸੁਖੀ ਕਿਵੇਂ ਕਰ ਲੋਗੇ? ਜਿਹੜਾ ਸੋਚ ਹੀ ਇਹ ਰਿਹਾ ਹੈ ਕਿ ਇਹ ਸੰਸਾਰ ਵਿੱਚ ਸੁੱਖ ਨਹੀਂ, ਸੰਸਾਰ ਵਿੱਚ ਚਾਰ ਚੁਫੇਰੇ ਦੁੱਖ ਨੇ, ਇੱਥੇ ਕੋਈ ਕਿਸੇ ਦਾ ਨਹੀਂ, ਇੱਥੇ ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇੱਥੇ ਤੇ ਪਾਪ ਔਰ ਅਪਰਾਧ ਫੈਲੇ ਹੋਏ ਨੇ, ਸੁਖੀ ਹੋਇਆ ਹੀ ਨਹੀਂ ਜਾ ਸਕਦਾ, ਸੁਖੀ ਹੋਣ ਵਾਲੀਆਂ ਗੱਲਾਂ ਤੇ ਜੀ ਬੇਕਾਰ ਨੇ, ਉਸ ਸਮੇਂ ਤੇ ਲੱਦ ਗਏ, ਹੁਣ ਤੇ ਮਨੁੱਖਤਾ ਰਹੀ ਹੀ ਨਹੀਂ, ਮੈਂ ਤੇ ਕੁਛ ਕਰਨ ਜੋਗਾ ਹੈ ਹੀ ਨਹੀਂ, ਮੈਂ ਤੇ ਸਫਲ ਹੋ ਹੀ ਨਹੀਂ ਸਕਦਾ, ਹੁਣ ਤੇ ਬੁੱਢੇ ਹੋ ਗਏ ਜੀ, ਹੁਣ ਕਿੱਥੇ, ਹੁਣ ਤੇ ਆ ਬੜਾ ਭੈੜਾ ਸਮਾਂ ਆ ਰਿਹਾ, ਹੁਣ ਤੇ ਦੁਨੀਆ ਵਿਨਾਸ਼ ਵਾਲੇ ਪਾਸੇ ਜਾ ਰਹੀ ਹੈ, ਰੱਬ ਮੈਨੂੰ ਤੇ ਚੌਕੀ ਲਵੇ ਤੇ ਠੀਕ ਹੈ, ਮੈਨੂੰ ਤੇ ਕੋਈ ਚੰਗਾ ਸਮਝਦਾ ਹੀ ਨਹੀਂ। ਹੁਣ ਜਿਹਦੇ ਅੰਦਰ ਇਹ ਵਿਚਾਰ ਨੇ, ਉਹਨੂੰ ਸੁਖੀ ਕਿਵੇਂ ਕਰ ਲੋ? ਉਹਨੂੰ ਸੁਖੀ ਕਿਵੇਂ ਕਰ ਲੋ? ਕੋਈ ਸਾਧਨ ਨਹੀਂ ਹੈ। ਇਹਨਾਂ ਵਿਚਾਰਾਂ ਤੋਂ ਬਾਹਰ ਆਏਗਾ ਤੇ ਸੁਖੀ ਹੋਏਗਾ। ਇੱਕ ਤਾਂ ਐਸਾ ਬੰਦਾ ਹੈ, ਤੇ ਦੂਜਾ ਐਸਾ ਬੰਦਾ ਹੈ ਜਿਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ। ਉਹ ਕਹਿੰਦਾ ਜੋ ਮੈਂ ਕਹਿ ਰਿਹਾ ਇਹ ਠੀਕ ਹੈ, ਜੋ ਮੈਂ ਕਹਿ ਰਿਹਾ ਉਹ ਹੀ ਠੀਕ ਹੈ। ਉਹ ਆਪਣੀਆਂ ਹੀ ਭਾਵਨਾਵਾਂ ਦੀ ਕਦਰ ਕਰੇਗਾ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰੇਗਾ। ਜਿਵੇਂ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਦੀ ਸੀ ਗੱਲ ਕੀਤੀ ਸੀ, ਕਿ ਜਿਸ ਦੇ ਅੰਦਰ ਇਹ ਪਰਸਨੈਲਿਟੀ ਡਿਸਆਰਡਰ ਆ ਜਾਏ, ਉਹਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਹਿੰਦਾ ਮੈਂ ਠੀਕ ਹਾਂ, ਬਾਕੀ ਗੱਲ ਨਹੀਂ। ਦੂਜੀ ਗੱਲ, ਉਹ ਆਪਣੀ ਸ਼ੋਭਾ ਕਰਾਉਣ ਵਾਸਤੇ ਨਵੇਂ ਨਵੇਂ ਫਾਰਮੂਲੇ ਵਰਤੇਗਾ ਕਿ ਕੋਈ ਮੇਰੀ ਸ਼ੋਭਾ ਕਰੇ। ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਏਗਾ। ਉਹ ਬੇਮਤਲਬੀ ਸ਼ਾਪਿੰਗ ਕਰੇਗਾ, ਉਹ ਕਾਰ ਡਰਾਈਵ ਕਰੇਗਾ ਤੇ ਬੜੀ ਤੇਜ਼ ਸਪੀਡ ਦੇ ਨਾਲ ਕਰੇਗਾ। ਉਹਨੂੰ ਜੇ ਤੁਸੀਂ ਨਿੱਕੀ ਜੀ ਗੱਲ ਵੀ ਉਹਦੇ ਖਿਲਾਫ ਕਹਿ ਦਿਓਗੇ, ਨਾਲ ਦੇ ਨਾਲ ਉਹ ਲੜਨ ਮਰਨ ਵਾਸਤੇ ਤਿਆਰ ਹੋ ਜਾਏਗਾ। ਤੇ ਐਸੇ ਬੰਦੇ ਨੂੰ ਤੁਸੀਂ ਸੁਖੀ ਕਿਵੇਂ ਕਰ ਸਕਦੇ ਹੋ? ਐਸੇ ਬੰਦੇ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ। ਇਸ ਚੀਜ਼ ਤੋਂ ਬਾਹਰ ਆਏਗਾ ਤਾਂ ਹੀ ਉਹ ਸੁਖੀ ਹੋਏਗਾ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਨਿਮਰਤਾ ਵਾਲਾ ਸੁਭਾਅ। ਜਿਸ ਬੰਦੇ ਦੇ ਅੰਦਰ ਨਿਮਰਤਾ ਹੈ, ਜੋ ਨਿਮਰਤਾ ਦੇ ਨਾਲ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਨਿਮਰਤਾ ਵਾਲਾ ਬੰਦਾ ਹੀ ਸੱਚ ਨੂੰ ਸਮਝੇਗਾ ਨਾ, ਉਹ ਹੀ ਅਪਣਾਏਗਾ। ਤਾਂ ਉਹ ਬੰਦਾ ਨਿਮਰਤਾ ਦੇ ਅੰਦਰ ਰਹਿੰਦਾ ਹੋਇਆ ਸੁਖੀ ਔਰ ਸ਼ਾਂਤ ਹੈ, ਉਹਦੀ ਜ਼ਿੰਦਗੀ ਦੇ ਵਿੱਚ ਸੁਖ ਹੈ। ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਇੱਥੇ ਗਰਭ ਦੇ ਬੱਬੇ ਨਾਲ ਸਿਹਾਰੀ ਹੈ। ਗਰਭ ਵਿੱਚ ਜੇ ਪੱਬਾ ਹੁੰਦਾ ਤਾਂ ਗਰਭ ਹੋਣਾ ਸੀ ਮਾਂ ਦਾ ਗਰਭ। ਇੱਥੇ ਗਰਭ ਬੱਬਾ ਹੈ, ਇਹਦਾ ਮਤਲਬ ਹੰਕਾਰ। ਬੜੇ ਬੜੇ ਅਹੰਕਾਰੀਆਂ, ਵੱਡੇ ਵੱਡੇ ਹੰਕਾਰ ਵਾਲੇ ਗਰਭ ਗਲੇ ਦਾ ਮਤਲਬ ਆਪਣੇ ਹੰਕਾਰ ਵਿੱਚ ਹੀ ਗਲ ਗਏ, ਆਪਣੇ ਹੰਕਾਰ ਦੇ ਵਿੱਚ ਜ਼ਿੰਦਗੀ ਬਰਬਾਦ ਕਰ ਬੈਠੇ। ਉਹ ਬਹੁਤ ਕੁਝ ਕਰ ਸਕਦੇ ਸੀ, ਉਹ ਬਹੁਤ ਕੁਝ ਕਰ ਸਕਦੇ ਸੀ ਜੇ ਆਪਣੀ ਐਨਰਜੀ ਨੂੰ ਸਹੀ ਢੰਗ ਦੇ ਨਾਲ ਵਰਤਦੇ। ਜਿਵੇਂ ਜਿਸ ਬੰਦੇ ਦੇ ਅੰਦਰ ਈਗੋ ਦੀ ਭਾਵਨਾ ਹੈ, ਯਾਨੀ ਸੁਪਰੀਓਰਿਟੀ ਕੰਪਲੈਕਸ ਹੈ, ਉਹ ਆਪਣੀ ਐਨਰਜੀ ਨੂੰ ਵਰਤਦਾ ਹੈ ਦੂਜਿਆਂ ਨੂੰ ਨੀਵੇਂ ਵਿਖਾਉਣ ਲਈ ਔਰ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਕਿ ਮੈਂ ਚੰਗਾ ਹਾਂ। ਦੇਖੋ, ਚੰਗਾ ਹੋਣਾ ਚਾਹੀਦਾ ਬੰਦੇ ਨੂੰ, ਲੇਕਿਨ ਪ੍ਰੂਵ ਕਰਨ ਦੀ ਕੀ ਲੋੜ ਹੈ? ਆਪ ਹੀ ਲੋਕ ਮੰਨ ਲੈਣਗੇ। ਇੱਕ ਬੰਦਾ ਹੈ ਕਿ ਆਪਣੇ ਆਪ ਨੂੰ ਚੰਗਾ ਹੋਣ ਵਾਸਤੇ ਪ੍ਰੂਵ ਕਰਨ ਵਿੱਚ ਸਾਰੀ ਐਨਰਜੀ ਖਰਚ ਕਰ ਰਿਹਾ ਹੈ, ਦੂਜਿਆਂ ਨੂੰ ਨੀਵੇਂ ਵਿਖਾਉਣ ਦੇ ਅੰਦਰ ਖਰਚ ਕਰ ਰਿਹਾ ਹੈ। ਤੇ ਜੇ ਇਸੇ ਐਨਰਜੀ ਨੂੰ ਉਹ ਵਿਕਾਸ ਵਾਸਤੇ ਖਰਚ ਕਰਦਾ, ਕੋਈ ਨਵੀਂ ਖੋਜ ਕਰਦਾ, ਚੰਗੇ ਸੰਬੰਧ ਬਣਾਉਂਦਾ, ਪਿਆਰ ਮੁਹੱਬਤ ਦੇ ਨਾਲ ਰਹਿੰਦਾ, ਸੰਸਾਰ ਦੇ ਵਿੱਚ ਕਿਸੇ ਦਾ ਸਹਿਯੋਗ ਕਰਦਾ, ਤਾਂ ਉਹ ਬਹੁਤ ਕੁਝ ਕਰ ਸਕਦਾ ਸੀ। ਜੇ ਆਪਣੀ ਐਨਰਜੀ ਨੂੰ ਲੂਟ ਕਰਦਾ, ਉਹ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ, ਮਨੋਚਿਕਿਤਸਕ ਹੋ ਸਕਦਾ ਸੀ, ਚੰਗਾ ਰਾਜਨੇਤਾ ਹੋ ਸਕਦਾ ਸੀ, ਚੰਗਾ ਧਾਰਮਿਕ ਬੰਦਾ ਹੋ ਸਕਦਾ ਸੀ, ਚੰਗੀ ਸੋਸ਼ਲ ਲਾਈਫ ਜੀ ਸਕਦਾ ਸੀ। ਉਹ ਬਹੁਤ ਕੁਛ ਉਹਦੇ ਅੰਦਰ ਐਨਰਜੀ ਸੀ, ਉਹ ਲੋਕਾਂ ਦਾ ਭਲਾ ਕਰ ਸਕਦਾ ਸੀ, ਪਰਉਪਕਾਰ ਕਰ ਸਕਦਾ ਸੀ। ਲੇਕਿਨ ਉਹ ਆਪਣੇ ਹੰਕਾਰ ਵਿੱਚ ਹੀ ਗਲ ਗਿਆ। ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਗਲ ਗਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਵੱਡੇ ਵੱਡੇ ਹੰਕਾਰੀ ਨੇ, ਜਿਨ੍ਹਾਂ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ ਜਾਂ ਇਨਫੀਰੀਓਰਿਟੀ ਕੰਪਲੈਕਸ ਹੈ, ਉਹ ਆਪਣੇ ਹੰਕਾਰ ਦੇ ਵਿੱਚ ਹੀ ਗਲ ਗਏ, ਆਪਣੀ ਜ਼ਿੰਦਗੀ ਬਰਬਾਦ ਕਰ। ਅਗਲਾ ਬਚਨ ਕਰਦੇ ਨੇ, ਜਿਸ ਕੇ ਅੰਤਰ ਰਾਜ ਅਭਿਮਾਨ। ਹੁਣ ਦੇਖੋ, ਰਾਜਾ ਹੋਣਾ ਮਾੜਾ ਨਹੀਂ ਹੈ, ਸਗੋਂ ਤਖਤ ਦੇ ਉੱਤੇ ਚੰਗੇ ਰਾਜੇ ਬਹਿਣੇ ਚਾਹੀਦੇ ਨੇ। ਤਖਤ ਰਾਜਾ ਸੋਭ ਹੈ, ਜੇ ਤਖਤ ਲਾਇਕ ਹੋਈ
ਜੇ ਚੰਗੇ ਲੋਕ MLA MP ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣਨਗੇ, ਰਾਜ ਸੱਤਾ ਵਿੱਚ ਆਣਗੇ, ਤਾਂ ਉਹ ਪ੍ਰਜਾ ਨੂੰ ਸੁੱਖ ਦੇਣਗੇ, ਉਹ ਚੰਗੇ ਕਾਨੂੰਨ ਬਣਾਉਣਗੇ, ਰੋਜ਼ਗਾਰ ਦੇ ਸਾਧਨ ਪੈਦਾ ਕਰਨਗੇ, ਵਾਧੂ ਟੈਕਸ ਜਨਤਾ ਤੇ ਨਹੀਂ ਪਵੇਗਾ, ਰਿਸ਼ਵਤਖੋਰੀ ਆਦਿਕ ਨਹੀਂ ਹੋਏਗੀ, ਦੇਸ਼ ਔਰ ਸਮਾਜ ਸੁਖੀ ਵਸੇਗਾ। ਚੰਗੇ ਰਾਜੇ ਬਾਦਸ਼ਾਹ ਆਉਣੇ ਚਾਹੀਦੇ ਨੇ। ਪਰ ਜਦੋਂ ਕੋਈ ਗਲਤ ਰਾਜਾ ਬਾਦਸ਼ਾਹ ਰਾਜਨੀਤਿਕ ਆ ਜਾਏ ਤੇ ਉਹਦੇ ਅੰਦਰ ਹੋਵੇ ਵੀ ਹੰਕਾਰ, ਹੰਕਾਰ ਦਾ ਭਰਿਆ ਹੋਵੇ, ਤੇ ਉਤੋਂ ਰਾਜਾ ਬਣ ਜਾ, ਜਿਵੇਂ ਕਹਿੰਦੇ ਨਾ ਕੁਛ ਕਰੇਲਾ ਤੇ ਕੁਛ ਨਿੰਮ ਤੇ ਚੜ ਗਏ, ਪਹਿਲੋਂ ਹੀ ਕੌੜਾ ਤੇ ਨਿੰਮ ਤੇ ਚੜਾਤਾ। ਆਮ ਕਹਾਵਤ ਨਹੀਂ, ਕੁਛ ਕਮਲੀ ਤੇ ਕੁਛ ਮੜੀਆਂ ਵਾਲੇ ਰਾਹ ਪੈ ਗਈ, ਕੁਛ ਬਾਂਦਰ ਤੇ ਕੁਛ ਹੱਥ ਵਿੱਚ ਡੱਬੀ ਆ ਗਈ। ਜੇ ਬਾਂਦਰ ਦੇ ਹੱਥ ਵਿੱਚ ਡੱਬੀ ਆ ਜਾਏ ਤੇ ਉਹਨੂੰ ਅੱਗ ਲਾਉਣ ਦੀ ਜਾਚ ਆ ਜਾਏ ਤੇ ਬਾਂਦਰ ਕੀ ਕਰੇਗਾ? ਹੁਣ ਬੰਦਾ ਹੋਵੇ ਵੀ ਹੰਕਾਰੀ ਤੇ ਉਤੋਂ ਬਾਦਸ਼ਾਹ ਬਣ ਜਾਏ ਤੇ ਕੀ ਕਰੇਗਾ ਉਹ? ਵੇਖ ਲਓ ਇਤਿਹਾਸ। ਹਿਟਲਰ, ਹਿਟਲਰ ਬਾਰੇ ਕੌਣ ਨਹੀਂ ਜਾਣਦਾ? ਹੰਕਾਰ ਦੀ ਭਾਵਨਾ ਕਿੰਨੇ ਲੋਕਾਂ ਨੂੰ ਚੈਂਬਰਾਂ ਦੇ ਵਿੱਚ ਪਾ ਪਾ ਕੇ ਸਾੜਿਆ। ਤੁਸੀਂ ਜਰਮਨ ਦੇਖੇ ਹੋਣਗੇ ਕਿੰਨਾ ਕੁਛ। ਔਰ 84 ਦੇ ਵਿੱਚ ਦੇਖ ਲਓ, ਜਾਂ ਅੱਜ ਵੀ ਦੇਖ ਲਓ। ਗੁਰੂ ਜੀ ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਰਾਜ ਸੱਤਾ ਦਾ ਹੰਕਾਰ ਹੈ, ਰਾਜ ਸੱਤਾ ਤੇ ਹੋ ਕੇ ਜਿਹੜਾ ਹੰਕਾਰੀ ਹੈ, ਹੰਕਾਰ ਕਰਦਾ ਹੈ, ਸੋ ਨਰਕ ਪਾਤੀ ਹੋਵਤ ਸਵਾਨ। ਸਵਾਨ ਦਾ ਮਤਲਬ ਕੁੱਤਾ, ਨਰਕ ਪਾਤੀ ਦਾ ਮਤਲਬ ਨਰਕਾਂ ਵਿੱਚ ਪੈਣ ਵਾਲਾ। ਉਹਨੂੰ ਬਾਦਸ਼ਾਹ ਨਾ ਸਮਝੋ, ਸਮਝੋ ਉਹ ਨਰਕਾਂ ਦੇ ਵਿੱਚ ਪਿਆ ਹੋਇਆ ਕੁੱਤਾ ਹੈ। ਨਰਕ ਦਾ ਮਤਲਬ ਵਿਕਾਰ, ਦੁੱਖ, ਨਰਕ ਵਿੱਚ ਪਿਆ ਹੋਇਆ ਕੁੱਤਾ। ਤੇ ਕੁੱਤੇ ਦੀ ਬਿਰਤੀ ਹੈ ਨਾ, ਲੋਕਾਂ ਦੇ ਹੱਕ ਖਾਏਗਾ। ਲੋਭ ਲਹਿਰ ਸਭ ਸਵਾਨ, ਹਲਕ ਹੈ ਹਲਕੇ ਉਸ ਸਮੇਂ ਬਿਗਾੜੇ। ਗੁਰੂ ਜੀ ਨੇ ਬਚਨ ਵੀ ਕੀਤਾ ਹੈ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਖਾਓ, ਰੱਤ ਪਿੱਤ ਕੁੱਤੇ ਹੋ ਚਟ ਜਾਓ। ਜਿੱਥੇ ਹੰਕਾਰੀ ਬਾਦਸ਼ਾਹ ਹੋਣਗੇ, ਉਹ ਬਘਿਆੜਾਂ ਵਾਲੀ ਬਿਰਤੀ ਹੋਏਗੀ, ਉਹ ਲੋਕਾਂ ਨੂੰ ਨੋਚਣਗੇ। ਅੱਗੋਂ ਉਹਨਾਂ ਦੇ ਜਿਹੜੇ ਅਹਿਲਕਾਰ ਨੇ ਕੁੱਤਿਆਂ ਦੀ ਤਰ੍ਹਾਂ ਹੱਡੀਆਂ ਵੀ ਖਿੱਚੀ ਫਿਰਨਗੇ। ਸ਼ੇਰ ਜਿਹੜਾ ਨਾ ਬਘਿਆੜ, ਉਹ ਤੇ ਮਾਸ ਖਾਂਦਾ ਹੈ ਨਾ, ਤੇ ਕੁੱਤਿਆਂ ਨੂੰ ਵੇਖਿਆ ਡੋਰੂੜਾਂ ਦੇ ਵਿੱਚ ਹੱਡੀਆਂ ਵੀ ਖਿੱਚੀ ਫਿਰਦੇ ਨੇ। ਜਿਹੜੇ ਉਹਨਾਂ ਦੇ ਅਹਿਲਕਾਰ ਹੋਣਗੇ, ਉਹ ਜਨਤਾ ਦੀਆਂ ਹੱਡੀਆਂ ਵੀ, ਮਾਸ ਤੇ ਰਾਜਾ ਨੋਚ ਗਿਆ ਤੇ ਹੱਡੀਆਂ ਨੂੰ ਫਿਰ ਉਹ ਅਹਿਲਕਾਰ ਨੋਚ ਰਹੇ ਨੇ। ਰਿਸ਼ਵਤਖੋਰੀ, ਚੋਰ ਬਜ਼ਾਰੀ, ਐਸੀ ਜ਼ਿੰਦਗੀ ਬਣ ਜਾਏਗੀ। ਬੇਸ਼ੱਕ ਉਹ ਬਾਦਸ਼ਾਹ ਹੋਏਗਾ, ਲੇਕਿਨ ਜੇ ਹੰਕਾਰੀ ਹੈ ਤਾਂ ਉਹ ਬੰਦਾ ਨਰਕਾਂ ਦੇ ਵਿੱਚ ਪਏ ਹੋਏ ਕੁੱਤੇ ਦੀ ਤਰ੍ਹਾਂ ਹੈ। ਉਹਨੂੰ ਬੰਦਾ ਨਾ ਸਮਝੋ। ਜੋ ਜਾਣੇ ਮੈਂ ਜੋਬਨਵੰਤ, ਜੋਬਨਵੰਤ ਦਾ ਮਤਲਬ ਸੋਹਣਾ, ਜਵਾਨ, ਕਿ ਮੈਂ ਹੀ ਸੋਹਣਾ ਸੁਨੱਖਾ ਹਾਂ, ਮੇਰੇ ਤੋਂ ਸੋਹਣਾ ਹੋਰ ਕੋਈ ਹੈ ਨਹੀਂ। ਹੰਕਾਰ ਹੈ ਉਹਨੂੰ ਆਪਣੀ ਸੁਹੱਪਨ ਦਾ। ਦੇਖੋ, ਸੋਹਣਾ ਹੋਣਾ ਇੱਕ ਵੱਖਰੀ ਗੱਲ ਹੈ। ਵਾਹਿਗੁਰੂ ਨੇ ਸੁਹੱਪਨ ਦਿੱਤਾ ਹੈ, ਚੰਗੇ ਨੈਣ ਨਕਸ਼ ਦਿੱਤੇ ਨੇ, ਤਾਂ ਬਹੁਤ ਵਧੀਆ ਗੱਲ ਹੈ। ਉਸ ਸੁਹੱਪਨ ਦਾ ਜੇ ਹੰਕਾਰ ਬੰਦਾ ਕਰੇ, ਤੇ ਜੇ ਕਿਸੇ ਦਾ ਨੱਕ ਤਿੱਖਾ ਤੇ ਦੂਜਿਆਂ ਨੂੰ ਕਹਿੰਦਾ ਫਿਰੇ ਤੇਰਾ ਨੱਕ, ਜਿਵੇਂ ਫਲਾਣੇ ਇੰਡੀਆ ਗੇਟ ਵਰਗਾ ਨੱਕ ਲਈ ਫਿਰਨਾ, ਰੋਵੇਂ ਤੂੰ ਅੱਖਾਂ ਨੂੰ, ਤੇਰੀਆਂ ਉਂਗਲਾਂ ਵੇਖ, ਤੇ ਐਵੇਂ ਜੇ ਲੋਕਾਂ। ਸੋਹਣਾ ਹੋਣਾ ਇੱਕ ਵੱਖਰੀ ਗੱਲ ਹੈ, ਲੇਕਿਨ ਸੁਹੱਪਨ ਦਾ ਮਾਣ ਕਰਨਾ, ਹੰਕਾਰ ਕਰਨਾ, ਦੂਜਿਆਂ ਨੂੰ ਨੀਵਾਂ ਵਿਖਾਣਾ। ਗੁਰੂ ਜੀ ਕਹਿੰਦੇ ਨੇ ਐਸਾ ਇਨਸਾਨ ਜੋ ਆਪਣੇ ਸੁਹੱਪਨ ਦਾ ਸਿਰਫ ਸਰੀਰਕ ਸੁੰਦਰਤਾ ਦਾ ਮਾਣ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ, ਸੋ ਹੋਵਤ ਵਿਸ਼ਟਾ ਕਾ ਜਨ। ਵਿਸ਼ਟਾ ਦਾ ਮਤਲਬ ਲੈਟਰਿਨ। ਉਹ ਵਿਸ਼ਟਾ ਦਾ ਕੀੜਾ ਹੈ, ਵਿਸ਼ਟਾ ਦਾ ਕੀੜਾ ਗੰਦਗੀ ਦੇ ਵਿੱਚ ਪਿਆ ਰਹਿੰਦਾ ਹੈ, ਕਿਉਂਕਿ ਉਹਦੇ ਅੰਦਰੋਂ ਗੰਦਗੀ ਨਿਕਲ ਰਹੀ ਹੈ, ਹੰਕਾਰ ਦੀ। ਹੰਕਾਰ ਵਾਲੇ ਬੋਲ ਨਿਕਲ ਰਹੇ ਨੇ, ਈਰਖਾ ਵਾਲੇ ਬੋਲ ਬੋਲ ਰਿਹਾ ਹੈ, ਉਹ ਇਸ ਗੰਦਗੀ ਦੇ ਵਿੱਚ ਹੀ ਪਿਆ ਹੋਇਆ। ਹੰਕਾਰ ਕਿੰਨੀ ਵੱਡੀ ਗੰਦਗੀ ਹੈ, ਹਉਮੈ ਦੀਰਘ ਰੋਗ ਹੈ। ਕਿਸੇ ਨੂੰ ਨੀਵਾਂ ਵਿਖਾਣਾ ਕਿੰਨੀ ਗੰਦੀ ਸੋਚ ਹੈ ਨਾ, ਤਾਂ ਉਹ ਇਸ ਗੰਦੀ ਸੋਚ ਦੇ ਵਿੱਚ ਹੀ ਪਿਆ ਰਹੇਗਾ। ਇਸ ਲਈ ਇੱਥੇ ਸੋਹਣੇ ਇਸਤਰੀ ਪੁਰਸ਼ਾਂ ਦਾ ਕੋਈ ਖਿਲਾਫਤ ਨਹੀਂ ਕੀਤੀ ਜਾ ਰਹੀ। ਗੱਲ ਹੈ ਕਿ ਜਿਹੜਾ ਬੰਦਾ ਹੰਕਾਰ ਕਰਦਾ ਹੈ, ਚਾਹੇ ਉਹ ਇਨਫੀਰੀਓਰਿਟੀ ਕੰਪਲੈਕਸ, ਸੁਪਰੀਓਰਿਟੀ ਕੰਪਲੈਕਸ, ਦੂਜਿਆਂ ਨੂੰ ਨੀਵਾਂ ਵਿਖਾਣਾ, ਕਦੇ ਵੀ ਇਹ ਚੰਗਾ ਨਹੀਂ। ਉਸ ਬੰਦੇ ਨੂੰ ਸੋਹਣਾ ਸੁਨੱਖਾ ਨਾ ਸਮਝੋ, ਉਹਨੂੰ ਵਿਸ਼ਟਾ ਦਾ ਜਨਤੀ ਗਿਣਿਆ ਜਾਏਗਾ, ਕਿਉਂਕਿ ਗੰਦਗੀ ਵਿੱਚ ਪਿਆ ਹੋਇਆ। ਆਪਸ ਕੋ ਕਰਮਵੰਤ ਕਹਾਵੇ। ਕਰਮਵੰਤ ਦਾ ਮਤਲਬ ਚੰਗੇ ਕੰਮ ਕਰਨ ਵਾਲਾ, ਜਿਹੜਾ ਆਪਣੇ ਆਪ ਨੂੰ ਵਿਖਵਾਉਂਦਾ ਹੈ ਕਿ ਮੈਂ ਚੰਗੇ ਕੰਮ ਕਰਨਾ।
ਹੁਣ ਤੁਸੀਂ ਦੇਖਿਆ ਹੋਵੇਗਾ ਨਾ, ਜਦੋਂ ਅਸੀਂ ਆਪਸ ਵਿੱਚ ਗੱਲਾਂ ਕਰਦੇ ਹਾਂ ਤਾਂ ਕਰੀਬ ਕਰੀਬ ਇਹ ਆਦਤ ਬਹੁਤਾਤ ਗਿਣਤੀ ਵਿੱਚ ਹੁੰਦੀ ਹੈ। ਭਾਜੀ ਆਪਣਾ ਤਾਂ ਸੁਭਾਅ ਹੈ, ਅਸੀਂ ਤੇ ਸੱਚ ਕਹਿੰਦੇ ਆ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ, ਕੋਈ ਸੁਖੀ ਹੋਵੇ ਕੋਈ ਦੁਖੀ ਹੋਵੇ, ਕੋਈ ਰਾਜੀ ਹੋਵੇ ਕੋਈ ਨਾਰਾਜ਼ ਹੋ ਜਾਏ, ਮੈਂ ਨਹੀਂ ਕਦੇ ਕਿਸੇ ਦੇ ਪਿਓ ਦੀ ਵੀ ਪਰਵਾਹ ਕੀਤੀ, ਸੱਚ ਕਹੀਦਾ। ਅਸੀਂ ਤੇ ਪਰਉਪਕਾਰ ਹੀ ਕਰਨੇ ਆ। ਅੱਜ ਦਾ ਗੁਰਦੁਆਰਾ ਨਾ, ਜੇ ਮੈਂ ਨਾ ਹੁੰਦਾ ਬੰਨਾ ਹੀ ਨਹੀਂ ਸੀ। ਜੇ ਆ ਗਲੀ ਪੱਕੀ ਕਰਵਾਈ ਹੈ, ਮੈਂ ਗਲੀਆਂ ਪੱਕੀਆਂ ਕਰਵਾਤੇ। ਸਰਪੰਚ ਕਿਤੇ ਮੰਨਦਾ ਸਾਡੇ ਪਿੰਡ ਦਾ, ਖਾ ਜਾਂਦਾ ਉਹ ਤੇ ਸਾਰਾ ਕੁਝ। ਇਹ ਤੇ ਮੇਰੇ ਡਰ ਕਰਕੇ ਮਤਲਬ ਗਲੀਆਂ ਪੱਕੀਆਂ ਹੋ ਗਈਆਂ। ਆ ਛੱਪੜ ਦੇ ਚਫੇਰੇ ਮੈਂ ਇੱਟਾਂ ਲਵਾਤੀਆਂ। ਲੋਕ ਕਰਦੇ ਨੇ ਨਾ ਕਿ ਮੈਂ ਚੰਗੇ ਕੰਮਾਂ ਵਾਲਾ। ਅਸੀਂ ਸਾਰੇ ਆਮ ਬੰਦਾ ਇਹ ਕਰਦਾ। ਬੰਦਾ ਪੁੱਛੇ ਵੀ ਜੇ ਯਾਰ ਸਾਰੇ ਹੀ ਅਸੀਂ ਚੰਗੇ ਕੰਮਾਂ ਵਾਲੇ ਹਾਂ ਤਾਂ ਰਿਸ਼ਵਤ ਰੱਬ ਲੈਂਦਾ, ਸ਼ਰਾਬ ਦੇ ਠੇਕੇ ਰੱਬ ਨੇ ਖੋਲੇ। ਤਾਂ ਚੰਗੇ ਕੰਮ ਕਰਨਾ ਇੱਕ ਵੱਖਰਾ ਹੈ, ਲੇਕਿਨ ਉਹਨੂੰ ਪ੍ਰੂਵ ਕਰਦੇ ਫਿਰਨਾ। ਇਸ ਲਈ ਸਿਆਣਿਆਂ ਨੇ ਕਿਹਾ ਹੈ ਤੁਸੀਂ ਨੇਕ ਇਨਸਾਨ ਬਣੋ, ਚੰਗੇ ਕੰਮ ਕਰੋ, ਚੰਗੇ ਇਨਸਾਨ ਬਣੋ, ਪਰ ਪ੍ਰੂਵ ਕਰਨ ਵਾਸਤੇ ਆਪਣਾ ਟਾਈਮ ਵੇਸਟ ਨਾ ਕਰੋ। ਜਿਹੜਾ ਆਪਣੇ ਆਪ ਨੂੰ ਬੜੇ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਗੁਰੂ ਜੀ ਕਹਿੰਦੇ ਨੇ ਜਨਮ ਮਰੇ ਬਹੁਤ ਭਾਵੇ। ਉਹ ਬੰਦਾ ਜੰਮਦਾ ਹੈ ਔਰ ਮਰ ਜਾਂਦਾ ਹੈ ਤੇ ਬੜੀਆਂ ਜੂਨੀਆਂ ਦੇ ਵਿੱਚ ਭਟਕਦਾ ਫਿਰਦਾ। ਕਿਵੇਂ ਭਟਕਦਾ ਫਿਰਦਾ? ਐਸੇ ਜਨਮ ਵਿੱਚ ਹੀ ਕਦੇ ਉਹਦੇ ਅੰਦਰ ਲਾਲਚ ਆ ਜਾਂਦਾ ਹੈ, ਕਦੇ ਉਹਦੇ ਅੰਦਰ ਹੰਕਾਰ ਵਾਲੀ ਬਿਰਤੀ ਆ ਜਾਂਦੀ ਹੈ, ਜਿਵੇਂ ਅਸੀਂ ਪਿੱਛੇ ਗਿਣਾ ਹੈ। ਉਹਦੇ ਅੰਦਰ ਪਸ਼ੂ ਬਿਰਤੀਆਂ ਹੀ ਆ ਜਾਂਦੀਆਂ ਨੇ। ਇਸ ਲਈ ਇਹ ਪਸ਼ੂ ਬਿਰਤੀਆਂ ਉਹਦੇ ਅੰਦਰ ਪੈਦਾ ਹੋ ਜਾਣਗੀਆਂ। ਜਿਹੜਾ ਆਪਣੇ ਆਪ ਨੂੰ ਕਰਮਵੰਤ ਅਖਵਾਉਂਦਾ ਫਿਰਦਾ ਹੈ, ਕਰਦਾ ਕਰਾਂਦਾ ਕੱਖ ਨਹੀਂ, ਲੇਕਿਨ ਪਿੱਟਦਾ ਫਿਰਦਾ ਹੈ, ਆਪਣਾ ਇਸ਼ਤਿਹਾਰ ਛਪਵਾਉਂਦਾ ਫਿਰਦਾ ਹੈ। ਲੋਕਾਂ ਨੇ ਇੰਡੀਆ ਦੇ ਵਿੱਚ ਬੱਸਾਂ ਦੇ ਉੱਤੇ ਲਿਖਿਆ ਹੁੰਦਾ 11ਵੀਂ ਫ੍ਰੀ ਤੀਰਥ ਯਾਤਰਾ। ਬੰਦਾ ਪੁੱਛੇ ਕਿ ਤੀਰਥ ਯਾਤਰਾ ਤੇ ਜਾ ਰਹੇ ਤੂੰ ਲਿਖਣ ਦੀ ਕੀ ਲੋੜ ਹੈ? ਜਾ ਰਹੇ ਹੋ ਜਾਓ, ਤੀਰਥ ਕਰਕੇ ਆ ਜਾਓ, ਮੁੱਕਿਆ ਕੰਮ। ਤੀਰਥ ਯਾਤਰਾ ਬੈਨਰ ਲਗਾਇਆ ਤੇ ਨਾਲ ਫ੍ਰੀ ਤੇ ਨਾਲ 11ਵੀਂ। ਕਿੰਨਾ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ, ਹੰਕਾਰ ਵਿਖਾਇਆ ਜਾ ਰਿਹਾ ਹੈ ਕਿ ਜਿਹੜੇ ਇਸ ਬੱਸ ਦੇ ਵਿੱਚ ਲੋਕ ਬੈਠੇ ਨੇ ਇਹਨਾਂ ਨੂੰ ਮੈਂ ਫ੍ਰੀ ਲੈ ਕੇ ਜਾ ਰਿਹਾ ਤੇ 10 ਵਾਰੀ ਪਹਿਲਾਂ ਵੀ ਲੈ ਕੇ ਜਾ ਰਿਹਾ, 11ਵੀਂ ਵਾਰੀ ਲੈ ਕੇ ਜਾ ਰਿਹਾ। ਫ੍ਰੀ ਐਡਵਰਟਾਈਜ਼ਮੈਂਟ ਤੇ ਤੀਰਥ ਹੈ, ਯਾਤਰਾ ਹੈ। ਤਾਂ ਜਿਹੜੇ ਐਵੇਂ ਗੁਰਦੁਆਰਾ ਸਾਹਿਬ ਇੱਕ ਪੱਖਾ ਦੇ ਦਿੱਤਾ ਤੇ ਉਸ ਪੱਖੇ ਦੇ ਫਰਾਂ ਦੇ ਉੱਤੇ 3-4 ਪੀੜ੍ਹੀਆਂ ਦੇ ਨਾਂ ਲਿਖਾਤੇ। ਕਾਕਾ ਰਿੰਕੂ ਨੇ ਆਪਣੇ ਦਾਦੇ ਦੀ ਯਾਦ ਵਿੱਚ ਚਾਚੇ ਦੀ ਦੁਕਾਨ ਤੋਂ ਖਰੀਦ ਕੇ ਆਪਣੇ ਛੋਟੇ ਭਰਾ ਦੇ ਜਨਮ ਦਿਨ ਦੇ ਉੱਤੇ ਵੱਡੇ ਭਰਾ ਤੋਂ ਦਾਨ ਕਰਾਇਆ। 7 ਪੀੜ੍ਹੀਆਂ ਦੇ ਨਾਂ ਲਿਖੇ। ਤੇ ਇਹੋ ਜਿਹੇ ਬੰਦਿਆਂ ਦੀ ਕੀ ਕਹੋਗੇ? ਕਿਸੇ ਦੀ 1.25 ਪਾਉਂਡ ਦੀ ਅਰਦਾਸ ਕਰਨੀ ਭਾਈ ਭੁੱਲ ਜਾਏ ਨਾ ਗੁਰਦੁਆਰੇ, 1.25 ਪਾਉਂਡ ਦੀ। ਤੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਜਾਂਦੇ ਹਾਂ, ਤੁਸੀਂ ਤੇ ਘਰ ਚਲੇ ਜਾਂਦੇ ਹੋ, ਪਰ ਉਹ 1.25 ਪਾਉਂਡ ਵਾਲਾ ਜਿਹੜਾ ਪਿੱਛੇ ਭਾਈ ਨਾਲ ਕਰਦਾ ਨਾ, ਉਹ ਸਾਨੂੰ ਪਤਾ ਹੈ, ਜਾਂ ਉਹਨੂੰ ਪਤਾ ਉਹ ਗਿਆਨੀ ਮੇਰੇ 1.25 ਦੀ ਅਰਦਾਸ, ਮੇਰਾ ਨਾਮ ਨਹੀਂ ਲਿਆ। ਤੇ ਜੇ ਗਿਆਨੀ ਜੀ ਕਹਿਣ ਭਾਈ ਸਾਹਿਬ ਸੌਰੀ ਗਲਤੀ ਹੋ ਗਈ, ਕਿ ਨਾਮ ਨਾ ਭੁੱਲ ਗਿਆ, ਯਾਦ ਨਹੀਂ ਰਿਹਾ, ਹੋ ਜਾਂਦੀ ਨਾ ਗਲਤੀ, ਮੈਂ ਹੁਣ ਨਾਮ ਲੈ ਦਿੰਦਾ। ਉਹ ਕਹਿੰਦਾ ਹੁਣ ਸੰਗਤ ਚਲੀ ਗਈ ਹੈ, ਹੁਣ ਘਰੋਂ ਕਰੀ, ਹੁਣ ਕਿਹਨੂੰ ਸੁਣਾਣਾ? ਬੰਦਾ ਪੁੱਛੇ ਕਿ ਤੂੰ 1.25 ਰੁਪਈਆ ਦੇਣਾ ਹੈ ਕਿ ਤੂੰ ਸੰਗਤ ਨੂੰ ਸੁਣਾਣਾ ਹੈ? ਤੇਰੇ 1.25 ਦੀ ਵੈਲਿਊ ਕਿੰਨੀ ਹੈ? ਕਹਿੰਦੇ ਨੇ ਕੋਈ ਹਜੂਰ ਸਾਹਿਬ ਬੰਦਾ ਗਿਆ ਤੇ ਉੱਥੇ ਜਾ ਕੇ ਨਾ ਗਠੜੀ ਉਹਨੇ ਬਜ਼ੁਰਗ ਨੇ ਰੱਖੀ ਤੇ ਉਹ ਫਰਸ਼ ਵੇਂਦਾ ਫਿਰੇ, ਕਦੇ ਇੱਧਰ ਕਦੇ ਇੱਧਰ, ਕੰਧਾਂ ਦੇ ਉੱਤੇ ਘੰਟਾ 1.5 ਘੰਟਾ 2 ਘੰਟੇ ਤੋਂ ਫਿਰ ਰਿਹਾ ਸੀ, ਜਿਵੇਂ ਕੋਈ ਚੀਜ਼ ਗਵਾਚੀ ਹੁੰਦੀ ਹੈ। ਕਦੇ ਬੁਝਕੀ ਵੱਲ ਵੇਖ ਲੈ, ਕਦੇ ਉੱਧਰ। ਤੇ ਕਿਸੇ ਨੇ ਪੁੱਛਿਆ ਬਾਪੂ ਕੁਛ ਗਵਾਚ ਗਿਆ ਵੀ ਤੇਰੀ ਅਸੀਂ ਹੈਲਪ ਕਰ ਦੇਵੇ, ਵੀ 2-2.5 ਘੰਟੇ ਤੋਂ ਵੇਖ ਰਹੇ ਹਾਂ ਵੀ ਤੂੰ ਕੁਛ ਲੱਭਦਾ ਫਿਰਨਾ, ਕੁਛ ਗਵਾਚ ਗਿਆ ਤੇ ਤੇਰੀ ਹੈਲਪ ਕਰੀਏ? ਕਹਿੰਦਾ ਗਵਾਚ ਨਹੀਂ ਗਿਆ, ਮੈਂ ਪਿਛਲੇ ਸਾਲ ਆਇਆ ਸਾਂ ਤੇ ਮੈਂ 11,000 ਰੁਪਈਆ ਦੇ ਗਿਆ ਸਾਂ ਪ੍ਰਬੰਧਕਾਂ ਨੂੰ, ਤੇ ਪ੍ਰਬੰਧਕਾਂ ਨੇ ਕਿਹਾ ਸੀ ਤੇਰਾ ਇੱਟ ਦੇ ਉੱਤੇ ਨਾਂ ਲਿਖ ਦਿਆਂਗੇ। ਮੈਂ ਆਪਣਾ ਨਾਂ ਲੱਭਦਾ ਫਿਰਨਾ ਵੀ ਲਿਖਿਆ ਤੇ ਕਿਤੇ ਹੈ। ਹੁਣ ਜਿਹੜਾ ਗੁਰਦੁਆਰੇ ਜਾ ਕੇ ਵੀ ਆਪਣਾ ਨਾਂ ਲੱਭ ਰਿਹਾ ਹੈ, ਉਹ ਰੱਬ ਦਾ ਨਾਮ ਕਿੱਥੋਂ ਲੱਭੇਗਾ? ਤਾਂ ਇਹਨੂੰ ਕਹਿੰਦੇ ਨੇ ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੂਨ ਭਰਮਾਵੇ। ਕਿੰਨੀ ਨੀਵੀਂ ਬਿਰਤੀ ਹੈ ਨਾ, ਉਹ ਪਸ਼ੂ ਬਿਰਤੀਆਂ ਦੇ ਵਿੱਚ ਪਿਆ ਰਹਿੰਦਾ ਹੈ, ਆਪਣੇ ਆਪ ਨੂੰ ਪ੍ਰੂਵ ਕਰਨ ਦੇ ਅੰਦਰ ਹੀ ਜ਼ਿੰਦਗੀ ਕੱਢ ਦਿੰਦਾ ਹੈ। ਐਸਾ ਬੰਦਾ ਸੁਖੀ ਸ਼ਾਂਤ ਨਹੀਂ ਹੋ ਪਾਏਗਾ। ਧਨ ਭੂਮ ਕਾ ਜੋ ਕਰੇ ਗੁਮਾਨ, ਜੋ ਧਰਤੀ ਦਾ ਭੂਮੀ ਦਾ ਹੰਕਾਰ ਕਰਦਾ ਹੈ। ਦੇਖੋ ਧਰਤੀ ਹੋਣੀ, ਜ਼ਮੀਨ ਹੋਣੀ, ਇਹ ਲੋੜਾਂ ਨੇ ਸਾਡੀਆਂ, ਪਰ ਹੰਕਾਰ ਜੋ ਕਰਦਾ ਹੈ ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਹੈ, ਅਗਿਆਨੀ ਹੈ, ਕਿਉਂਕਿ ਧਰਤੀ ਨੇ ਕਿਤੇ ਨਾਲ ਲੈ ਜਾਣਾ, ਇੱਥੇ ਹੀ ਰਹਿ ਜਾਣੀ ਹੈ ਧਰਤੀ। ਠੀਕ ਹੈ ਤੇਰੇ ਕੋਲ 20 ਕਿੱਲੇ ਜ਼ਮੀਨ ਹੈ, 4 ਕਿੱਲੋ ਤੂੰ ਕਿਰਤ ਕਰਕੇ ਬਣਾਈ ਹੈ, ਠੀਕ ਹੈ, ਵਧੀਆ, ਬਹੁਤ ਵਧੀਆ, ਮੁਬਾਰਕ, ਸ਼ੁਕਰਾਨਾ ਕਰ ਰੱਬ ਦਾ। ਤੇ ਹੰਕਾਰ ਕਰਦਾ ਫਿਰੇ ਕਿ ਮੇਰੇ ਕੋਲ ਤੇ ਇੰਨਾ ਕੁਛ ਹੈ,
ਤੇ ਤੂੰ ਕੀ ਬਣਾਇਆ? ਦੂਜਿਆਂ ਨੂੰ ਨੀਵੇਂ ਵਿਖਾਉਂਦੇ ਫਿਰਨਾ, ਅਸੀਂ ਇਕੱਠੇ ਹੀ ਤੁਰੇ ਸਨ, ਤੇਰੇ ਕੋਲ ਅੱਜ ਵੀ ਉਹ 1.5 ਕਿੱਲਾ, ਮੈਂ 20 ਕਿੱਲੇ ਬਣਾ, ਤਾਂ ਅਪਮਾਨ ਕਰਦੇ ਫਿਰਨਾ ਦੂਜਿਆਂ ਦਾ, ਇਹ ਕਦੇ ਵੀ ਠੀਕ ਨਹੀਂ। ਉਹ ਕੋਈ ਬੰਦਾ ਸੀ ਤੇ ਕਹਿਣ ਲੱਗਾ, ਪ੍ਰਾਹੁਣਾ ਗਿਆ ਨਾ ਕਿਸੇ ਦੇ ਘਰ, ਤੇ ਬਜ਼ੁਰਗ ਕਹਿਣ ਲੱਗਾ ਵੀ ਚਲਾ ਭਤੀਜਿਆ ਤੈਨੂੰ ਬਾਹਰ ਪੈਲੀ ਵਿਖਾ ਲਿਆਈਏ। ਤੇ ਕਹਿਣ ਲੱਗਾ ਤਾਇਆ ਲੋੜ ਨਹੀਂ ਪੈਲੀ ਤੇ ਜਾਣ ਦੀ, ਪੈਲੀ ਸ਼ਾਮ ਨੂੰ ਮੰਜੇ ਤੇ ਪਤਾ ਲੱਗ ਜਾਏਗਾ, ਸ਼ਾਮ ਨੂੰ ਆਪੇ ਪਤਾ ਲੱਗ ਜਾਣਾ ਵੀ ਲੰਗਰ ਪਾਣੀ ਛਕਾਓਗੇ ਕਿਹੋ ਜਿਹਾ ਛਕਾਉਂਦੇ ਹੋ, ਪੈਲੀ ਦਾ ਆਪੇ ਪਤਾ ਲੱਗ ਜਾਣਾ ਨਾ, ਪੈਲੀ ਵੇਖਣ ਦੀ ਲੋੜ ਨਹੀਂ। ਉੱਥੇ ਜਾ ਕੇ ਤੁਸੀਂ ਵਿਖਾਣਾ ਨਾ ਕਿ ਉਹ ਕਿੱਲੇ ਮੇਰੇ, ਉਹ ਕਮਾਦ ਮੇਰਾ, ਉਹ ਕਣਕ ਮੇਰੀ, ਇੰਨੀ ਮੇਰੀ ਪੈਲੀ, ਇੰਨੀ ਮੇਰੀ ਫਸਲ, ਤੇ ਪੈਲੀ ਦਾ ਤੇ ਸ਼ਾਮ ਨੂੰ ਰੋਟੀ ਖਵਾਉਣ ਲੱਗੇ ਪਤਾ ਲੱਗ ਜਾਣਾ। ਕਹਿੰਦੇ ਨਾ ਝੋਨੇ ਵਾਲੇ ਪਿੰਡ ਜਿਹੜੇ ਨੇ ਪਰਾਲੀਆਂ ਤੋਂ ਦਿਸਦੇ ਨੇ। ਇਸ ਲਈ ਸਾਡੇ ਕੰਮਾਂ ਦੇ ਵਿੱਚੋਂ ਇਹ ਚੀਜ਼ਾਂ ਦਿਸਣੀਆਂ ਚਾਹੀਦੀਆਂ ਨੇ। ਕਿਸੇ ਗਰੀਬ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੀਦਾ। ਸਾਡੇ ਕੋਲ ਅਮੀਰੀ ਹੋਣੀ ਇਹ ਇੱਕ ਵੱਖਰਾ ਗੱਲ ਹੈ, ਹਰ ਬੰਦਾ ਅਮੀਰ ਹੋਣਾ ਚਾਹੀਦਾ, ਕੋਲ ਪੈਲੀ ਹੋਵੇ, ਫੈਕਟਰੀਆਂ ਹੋਣ, ਕਾਰਖਾਨੇ ਹੋਣ, ਲੇਕਿਨ ਕਿਰਤ ਕਰਕੇ ਬਣਾਏ ਹੋਣ, ਪਰ ਦੂਜੇ ਨੂੰ ਨੀਵਾਂ ਨਾ ਵਿਖਾਇਆ ਜਾਏ। ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਏ, ਅਧੂ ਸੁਣਾਓ ਸਮੁੰਦਰ में क्या जानो क्या ਹੋਏ। ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੇ। ਗੁਰੂ ਜੀ ਕਹਿੰਦੇ ਨੇ ਰਹਿਮਤ ਕਰਕੇ ਜਿਸ ਦੇ ਹਿਰਦੇ ਦੇ ਵਿੱਚ ਰੱਬ ਨਿਮਰਤਾ ਵਸਾ ਦਿੰਦਾ ਹੈ। ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਇਹਾਂ ਦਾ ਮਤਲਬ ਵਰਤਮਾਨ ਵਿੱਚ, ਆਗੇ ਦਾ ਮਤਲਬ ਆਉਣ ਵਾਲੇ ਸਮੇਂ ਵਿੱਚ, ਫਿਊਚਰ ਵਿੱਚ। ਉਹ ਇਹਾਂ ਦਾ ਮਤਲਬ ਇੱਥੇ, ਉਹਾਂ ਮਤਲਬ ਉੱਥੇ, ਯਾਨੀ ਹਰ ਸਮੇਂ ਹਰ ਉਹ ਬੰਦਾ ਮੁਕਤ। ਇਹਾਂ ਮੁਕਤ, ਉਹ ਇੱਥੇ ਵੀ ਮੁਕਤ, ਇਨਫੀਰੀਓਰਿਟੀ ਕੰਪਲੈਕਸ ਤੋਂ ਮੁਕਤ, ਸੁਪਰੀਓਰਿਟੀ ਕੰਪਲੈਕਸ ਤੋਂ ਮੁਕਤ, ਵਿਕਾਰਾਂ ਤੋਂ ਮੁਕਤ, ਨਿੰਦਾ ਤੋਂ ਮੁਕਤ, ਚੁਗਲੀ ਤੋਂ ਮੁਕਤ, ਆਪਣੇ ਆਪ ਨੂੰ ਪ੍ਰੂਵ ਕਰਨ ਤੋਂ ਮੁਕਤ। ਇਸ ਥਾਂ ਵੀ ਉਹ ਸੁਖੀ, ਆਉਣ ਵਾਲੇ ਸਮੇਂ ਦੇ ਅੰਦਰ ਵੀ ਸੁਖੀ। ਦੇਖੋ ਕਿੰਨਾ ਸੌਖਾ ਢੰਗ ਹੈ ਨਾ, ਕਿ ਰਹਿਮਤ ਕਰਕੇ ਰੱਬ ਜਿਸ ਦੇ ਅੰਦਰ ਨਿਮਰਤਾ ਵਸਾ ਦੇਵੇ, ਜੋ ਨਿਮਰਤਾ ਦੇ ਨਾਲ ਰੱਬੀ ਹੁਕਮ ਦੇ ਅੰਦਰ ਤੁਰੇ, ਰੱਬ ਦੀ ਰਜ਼ਾ ਨੂੰ ਫੋਲੋ ਕਰੇ, ਤਾਂ ਉਹ ਬੰਦਾ ਇੱਥੇ ਵੀ ਸੁਖੀ ਹੈ, ਆਉਣ ਵਾਲੇ ਸਮੇਂ ਦੇ ਅੰਦਰ ਵੀ ਸੁਖੀ ਹੈ।